ਇਹਦੇ ਵਿੱਚ ਮੈਂ ਤੁਹਾਨੂੰ ਪੁੱਛਾਂਗੀ ਕਿ ਜੋੜਾਂ ਦੇ ਦਰਦ ਹੁੰਦੇ ਕੀ ਨੇ, ਆਰਥਰਾਈਟਿਸ ਹੁੰਦਾ ਕੀ ਹੈ ਤੇ ਇਹਦੇ ਮੁੱਖ ਕਾਰਨ ਕੀ ਨੇ? ਬਹੁਤ ਕਾਮਨਲੀ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਜੋ ਕਿ ਆਰਥਰਾਈਟਿਸ, ਜੋ ਕਿ ਜਿਹਨੂੰ ਜੋੜਾਂ ਦੇ ਦਰਦ ਅਸੀਂ ਕਹਿੰਦੇ ਹਾਂ। ਜਿਹੜਾ ਸਭ ਤੋਂ ਮੁੱਖ ਜਿਹੜਾ ਆਰਥਰਾਈਟਿਸ ਟਾਈਪ ਹੈ ਉਹ ਹੈਗਾ ਹੈ ਡੀਜਨਰੇਟਿਵ ਡਿਜ਼ੀਜ਼, ਜਾਂ ਜਿਹਨੂੰ ਆਸਟੀਓਆਰਥਰਾਈਟਿਸ ਕਹਿੰਦੇ ਨੇ। ਜੀ। ਔਰ ਇਸ ਦਾ ਸਭ ਤੋਂ ਮੁੱਖ ਕਾਰਨ ਹੈਗਾ ਹੈ ਮੋਟਾਪਾ। ਕੁਝ ਚੀਜ਼ ਸਾਡੀ ਫੈਮਿਲੀ ਹਿਸਟਰੀ ਦੇ ਵਿੱਚ ਵੀ ਆ ਜਾਂਦੀ ਹੈ ਕਿ ਜੇ ਸਾਡੀ ਫੈਮਿਲੀ 'ਚ ਆਰਥਰਾਈਟਿਸ ਅਰਲੀ ਏਜ ਤੋਂ ਚੱਲਦਾ ਹੋਵੇ ਸਾਡੇ ਚਾਂਸਸ ਜ਼ਿਆਦਾ ਵੱਧ ਜਾਂਦੇ ਨੇ। ਕਿ ਫਿਰ ਇਹਨਾਂ ਦਾ ਉੱਠਣ ਬੈਠਣ ਦਾ ਵੀ ਕੋਈ ਤਰੀਕਾ ਹੁੰਦਾ ਹੈ, ਕਿਉਂਕਿ ਕਈ ਵਾਰੀ ਅਸੀਂ ਬਿਨਾਂ ਸੋਚੇ ਸਮਝੇ ਉੱਠ ਬੈਠ ਜਾਂਦੇ ਹਾਂ। ਮੈਂ ਪੁੱਛਣਾ ਚਾਹਾਂਗੀ ਕਿ ਆਰਥਰਾਈਟਿਸ ਦਾ ਪਤਾ ਕਿਵੇਂ ਲੱਗਦਾ ਹੈ ਕਿ ਇਹ ਬਿਮਾਰੀ ਤੁਹਾਨੂੰ ਆ ਗਈ ਹੈ, ਜਾਂ ਕਿਉਂਕਿ ਕਈ ਵਾਰੀ ਆਮ ਗੋਡੇ ਦੁਖਦੇ ਹੁੰਦੇ ਨੇ ਜਾਂ ਲੱਤਾਂ 'ਚ ਪੀੜ ਹੁੰਦੀ ਹੈ, ਕਿ ਉਹਨੂੰ ਆਰਥਰਾਈਟਿਸ ਕਿਹਾ ਜਾਂਦਾ ਹੈ ਜਾਂ ਇਹਦੇ ਹੋਰ ਕੁਝ ਲੱਛਣ ਹੁੰਦੇ ਨੇ? ਇਹਨੂੰ ਲੈ ਕੇ ਨਾਰਮਲੀ ਸਾਡੇ ਸਭ ਤੋਂ ਪਹਿਲੀ ਚੀਜ਼ ਤੇ ਜੋੜਾਂ ਦੇ ਵਿੱਚ ਦਰਦ ਸ਼ੁਰੂ ਹੁੰਦੇ ਨੇ, ਫਿਰ ਥੋੜੀ ਜੀ ਅਕੜਾਹਟ ਵੀ ਆਉਂਦੀ ਹੈ, ਥੋੜੀ ਸਟਿਫਨੈਸ ਆਉਂਦੀ ਹੈ ਜੋੜਾਂ ਦੇ ਵਿੱਚ, ਕਿਉਂਕਿ ਉਹਨਾਂ ਦੀ ਉਹ ਮੂਵਮੈਂਟ ਜਿਹੜੀ ਹੈ ਉਹ ਪਹਿਲੀ ਵਰਗੀ ਨਹੀਂ ਰਹੀ। ਸੋ ਇਹਦੇ ਨਾਲ ਪ੍ਰੋਬਲਮ ਇਹ ਹੁੰਦੀ ਹੈ ਕਿ ਜਿੰਨੇ ਸਾਡੇ ਮਸਲਸ ਨੇ ਉਹ ਉਹਨੇ ਯੂਜ਼ ਨਹੀਂ ਹੁੰਦੇ, ਕੁਝ ਮਸਲਸ ਜਿਹੜੇ ਹੋਣੇ ਚਾਹੀਦੇ ਜੀ। ਔਰ ਉਹ ਜਿਹੜੀ ਅਨਫਿਟਨੈਸ ਜਦੋਂ ਸ਼ੁਰੂ ਹੋ ਜਾਂਦੀ ਹੈ ਉਹਨਾਂ ਦਾ ਪ੍ਰਭਾਵ ਜੋੜਾਂ ਤੇ ਵੀ ਬੁਰੀ ਤਰ੍ਹਾਂ ਪੈਂਦਾ ਹੈ। ਮੈਂ ਪੁੱਛ ਰਿਹਾ ਸੀ ਉਹਨਾਂ ਦੀ ਸਲਾਹ ਕਿ ਮੇਰੇ ਲਈ ਬੈਸਟ ਕੁਰਸੀ ਜਿਹੜੀ ਮੇਰੀ ਬੋਡੀ ਵਾਸਤੇ ਕਿਹੜੀ ਹੈ, ਜੀ ਰეკਮੈਂਡ ਕਰੋਗੇ? ਔਰ ਉਹਨਾਂ ਨੇ ਬੜਾ ਅੱਛਾ ਜਵਾਬ ਦਿੱਤਾ ਕਿ ਡਾਕਟਰ ਸਾਹਿਬ ਐਕਚੁਅਲੀ ਸਾਡੀ ਬੋਡੀ ਬੈਠਣ ਵਾਸਤੇ ਨਹੀਂ ਬਣੀ। ਜਦੋਂ ਉਹ ਜਿਹੜਾ ਜੋੜ ਹੈ ਉਹਦੇ ਤੇ ਬੁਰਾ ਅਸਰ ਪੈ ਕੇ ਉਹਦੀ ਸ਼ੇਪ ਜਿਹੜੀ ਹੈ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਉਹ ਸ਼ੇਪ ਚੇਂਜ ਹੋਣ ਦੇ ਨਾਲ ਜਿਹੜੀਆਂ ਸਾਡੀਆਂ ਨਾਲੋਂ ਜਿਹੜੀਆਂ ਨਰਵਸ ਜਾਂਦੀਆਂ ਨੇ ਉਹਨਾਂ ਤੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਹੈ। ਫਿਰ ਇਹਦਾ ਸੋਲੂਸ਼ਨ ਕੀ ਕੀਤਾ ਜਾਵੇ? ਜਿਹੜੇ ਲੋਕ ਨੈਚੁਰਲੀ ਚਾਹੁੰਦੇ ਨੇ ਕਿ ਦਵਾਈਆਂ ਤੋਂ ਬਿਨਾਂ ਅਸੀਂ ਇਹਨੂੰ ਟ੍ਰੀਟ ਕਰੀਏ, ਦੈਨ ਉਹਦੇ ਵਾਸਤੇ ਫਿਰ ਦੂਸਰਾ ਆਪਸ਼ਨ ਸਾਡਾ ਹੁੰਦਾ ਹੈ ਫਿਜ਼ੀਓਥੈਰੇਪੀ। ਫਿਜ਼ੀਓਥੈਰੇਪੀ ਨੂੰ ਕਈ ਵਾਰੀ ਗਲਤੀ ਨਾਲ ਮਸਾਜ ਸਮਝਿਆ ਜਾਂਦਾ ਹੈ, ਬਟ ਐਕਚੁਅਲੀ ਫਿਜ਼ੀਓਥੈਰੇਪੀ ਜਿਹੜੀ ਹੈ ਉਹ ਨਾਰਮਲ ਐਕਸਰਸਾਈਜ਼ਸ ਨਾਲੋਂ ਡਿਫਰੈਂਟ ਹੈ। I would normally say ਕਿ ਅਗਰ ਫਿਜ਼ੀਓਥੈਰੇਪੀ ਜਾਂ ਦਵਾਈਆਂ ਨੇ ਅਸਰ ਕਰਨਾ ਜਿਹੜਾ ਆ ਉਹ ਬੰਦ ਕਰਤਾ ਹੈ ਤੇ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ, ਉਹਨਾਂ ਲੋਕਾਂ ਵਾਸਤੇ ਜੁਆਇੰਟ ਇੰਜੈਕਸ਼ਨ ਦਾ ਇੱਕ ਤਰੀਕਾ ਹੈਗਾ ਤਾਂ ਕਿ ਉਹ ਆਪਣਾ ਆਪਰੇਸ਼ਨ ਕੁਝ ਸਾਲ ਤੱਕ ਡਿਲੇ ਕਰ। ਸੋ ਅਗਰ ਅਸੀਂ ਇਸ ਬਿਮਾਰੀ ਦੀ ਥੋੜੀ ਅਣਗਹਿਲੀ ਕਰੀਏ, ਨਿਗਲੈਕਟ ਕਰੀਏ ਇਸ ਚੀਜ਼ ਨੂੰ, ਤੇ ਅਨਫੋਰਚੂਨੇਟਲੀ ਜਿਹੜਾ ਇਵੈਂਚੁਅਲ ਆਊਟਕਮ ਹੈ ਉਹ ਇਹੀ ਹੈ ਕਿ ਅਸੀਂ ਉਹ ਆਪਣੇ ਜੋੜਾਂ ਨੂੰ ਉਸ ਤਰ੍ਹਾਂ ਯੂਜ਼ ਨਹੀਂ ਕਰ ਪਾਵਾਂਗੇ ਜਿਸ ਤਰ੍ਹਾਂ ਪਹਿਲਾਂ ਯੂਜ਼ ਕਰਦੇ ਰਹੇ। ਔਰ ਅਨਫੋਰਚੂਨੇਟਲੀ ਬੜੀ ਵਾਰੀ ਇਸ਼ੂ ਆਉਂਦੀ ਹੈ ਕਿ ਬੰਦੇ, ਕੁਝ ਲੋਕ ਤੁਰ ਵੀ ਨਹੀਂ ਸਕਦੇ, ਉਹ ਵੀਲ ਚੇਅਰ ਤੇ ਆ ਜਾਂਦੇ ਨੇ। ਪਰ ਜਿਹੜੇ ਸਾਡੇ ਬਜ਼ੁਰਗ ਨੇ ਖਾਸ ਕਰਕੇ ਉਹਨਾਂ ਵਾਸਤੇ ਕਿ ਉਹ ਆਪਣੇ ਆਪ ਨੂੰ, ਆਪਣੇ ਜੁਆਇੰਟ ਨੂੰ ਕਿਵੇਂ ਠੀਕ ਰੱਖ ਸਕਣ, ਕਿਉਂਕਿ ਉਹਨਾਂ ਦੇ ਮੂਵਮੈਂਟ ਜ਼ਿਆਦਾ ਨਹੀਂ ਹੁੰਦੀ ਹੈ, ਉਹ ਇੱਕੋ ਥਾਂ ਬੈਠੇ ਹੁੰਦੇ ਨੇ, ਕਿ ਉਹਦੇ ਵਾਸਤੇ ਤੁਸੀਂ ਕੁਝ ਖਾਸ ਫਿਜ਼ੀਓਥੈਰੇਪੀ ਜਾਂ ਕੁਝ ਖਾਸ ਐਕਸਰਸਾਈਜ਼ ਦੱਸ ਸਕਦੇ ਹੋ ਕਿ ਆਪਣੇ ਜੋੜਾਂ ਨੂੰ ਕਿਵੇਂ ਹੀਲ ਰੱਖ ਸਕਦੇ ਨੇ, ਠੀਕ ਰੱਖ ਸਕਦੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA। ਮੈਂ ਹਾਂ ਚਰਨਜੀਤ ਕੌਰ UK ਤੋਂ। ਅੱਜ ਸਾਡੇ ਕੋਲ ਇੱਕ ਖਾਸ ਮੁੱਦਾ ਹੈ, ਖਾਸ ਮੁੱਦਾ ਜੋੜਾਂ ਦੇ ਦਰਦ, ਯਾਨੀ ਕਿ ਆਰਥਰਾਈਟਿਸ। ਆਰਥਰਾਈਟਿਸ ਕਿਉਂ ਹੁੰਦਾ ਹੈ, ਕਿਵੇਂ ਹੁੰਦਾ ਹੈ, ਇਹਦੀ ਪ੍ਰੋਬਲਮਸ ਕੀ ਨੇ,
ਇਹਦੇ 'ਚ ਸਾਨੂੰ ਆਪਣਾ ਖਾਣ ਪੀਣ ਦਾ ਕਿਵੇਂ ਧਿਆਨ ਰੱਖਣਾ, ਆਪਣੀ ਐਕਸਰਸਾਈਜ਼ ਕਿਉਂ ਕਰਨੀ ਹੈ। ਇੱਕ ਸਮੇਂ ਤੋਂ ਲੈ ਕੇ ਇੱਕ 40 ਸਾਲ ਦੀ ਉਮਰ ਤੱਕ ਅਸੀਂ ਬਿਲਕੁਲ ਫਿੱਟ ਹੁੰਦੇ ਹਾਂ। ਫਿਰ ਕੀ ਇਹੋ ਜਿਹਾ ਵਾਪਰਦਾ ਹੈ ਕਿ ਸਾਡੇ ਜੋੜਾਂ ਵਿੱਚ ਦਰਦ ਹੁੰਦਾ ਹੈ, ਤੁਰਨਾ ਫਿਰਨਾ ਸਾਡੇ ਤੋਂ ਔਖਾ ਹੋ ਜਾਂਦਾ ਹੈ, ਤੇ ਅਸੀਂ ਕਿਸੇ ਨਾ ਕਿਸੇ ਦਾ ਸਹਾਰਾ ਉਡੀਕਦੇ ਹਾਂ ਕਿ ਕੋਈ ਸਾਨੂੰ ਹੈਲਪ ਕਰੇ ਜਾਂ ਕੋਈ ਸਾਨੂੰ ਆ ਕੇ ਮਸਾਜ ਕਰ ਦੇਵੇ ਤਾਂ ਅਸੀਂ ਉੱਠੀਏ। ਫਿਰ ਦੇਖਦੇ ਹੀ ਦੇਖਦੇ ਕਿੰਨਾ ਕੁਛ ਲਾਈਫ ਦੇ ਵਿੱਚ ਚੇਂਜ ਹੁੰਦਾ, ਮਤਲਬ ਕਿ ਇਹ ਆਰਥਰਾਈਟਿਸ, ਇਹ ਜੋੜਾਂ ਦਾ ਦਰਦ ਕਿੰਨੀ ਛੇਤੀ ਫੈਲ ਜਾਂਦਾ ਸਰੀਰ ਦੇ ਵਿੱਚ, ਤੇ ਹਮੇਸ਼ਾ ਹੀ ਜੋੜਾਂ ਦੀ ਤਕਲੀਫ ਦੇ ਨਾਲ ਸਾਨੂੰ ਹੋਰ ਬਿਮਾਰੀਆਂ ਕੈਚਅਪ ਹੋ ਜਾਂਦੀਆਂ, ਮੋਟਾਪਾ ਆ ਜਾਂਦਾ, ਹੋਰ ਕਈ ਕੁਛ ਇਹਦੇ ਵਿੱਚ ਪੈ ਜਾਂਦਾ, ਸਾਨੂੰ ਸਮਝ ਨਹੀਂ ਲੱਗਦੀ ਹੈ। ਤੇ ਉਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਗੱਲ ਕਰਨਗੇ ਸਾਡੇ ਸਤਿਕਾਰਯੋਗ ਡਾਕਟਰ ਸੁਖਪਾਲ ਸਿੰਘ ਜੀ। ਤੇ ਉਹ ਇੱਕ ਬਹੁਤ ਹੀ ਇੰਗਲੈਂਡ ਦੇ ਮਾਹਿਰ ਡਾਕਟਰ ਹੈਗੇ ਨੇ। ਅਸੀਂ ਤੁਹਾਨੂੰ ਉਹਨਾਂ ਦੇ ਨਾਲ ਪਹਿਲੇ ਵੀ ਮਿਲਾ ਚੁੱਕੇ ਹਾਂ, ਰੂਬਰੂ ਕਰ ਚੁੱਕੇ ਹਾਂ। ਸੋ ਬਹੁਤ ਹੀ ਗੁਣੀ ਹਨ ਅਤੇ ਅੱਜ ਉਹਨਾਂ ਤੋਂ ਆਪਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਜੀ ਆਇਆਂ ਆਖਦੇ ਹਾਂ ਇੱਕ ਵਾਰ ਫਿਰ ਆਪਣੇ ਪੰਜਾਬੀ ਵਿਰਾਸਤ ਚੈਨਲ ਤੇ ਡਾਕਟਰ ਸੁਖਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਚੰਦ ਜੀ, ਥੈਂਕ ਯੂ ਵੈਰੀ ਮਚ। ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਦੁਬਾਰਾ ਜੁਆਇਨ ਕਰਕੇ ਇੱਥੇ, ਐਂਡ ਥੈਂਕ ਯੂ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਦਰਸ਼ਕਾਂ ਦੇ ਫਿਰ ਦੁਬਾਰਾ ਦਰਸ਼ਨ ਕਰਨ ਦਾ। ਸੋ ਸਾਡੇ ਦਰਸ਼ਕ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਨ, ਤੇ ਅਸੀਂ ਚੰਗਾ ਲੱਗਦਾ ਕਿ ਜਦੋਂ ਕੁਛ ਆਪਣੇ ਕੌਮ ਦੇ ਪ੍ਰਤੀ ਜਾਂ ਕੁਛ ਕਮਿਊਨਿਟੀ ਦੇ ਪ੍ਰਤੀ ਕੁਛ ਚੰਗੀਆਂ ਗੱਲਾਂ ਜੋ ਕਿ ਬਿਮਾਰੀਆਂ ਦੇ ਤਹਿਤ ਜਿਹੜੇ ਤੁਸੀਂ ਅੱਗੇ ਜਾ ਕੇ ਦੱਸਦੇ ਹੋ, ਜਿਸ ਤਰ੍ਹਾਂ ਬਿਆਨ ਕਰਦੇ ਹੋ, ਤਾਂ ਉਹ ਕਾਫੀ ਲੋਕਾਂ ਤੇ ਕਾਫੀ ਇਹਦਾ ਇੰਪੈਕਟ ਪੈਂਦਾ ਹੈ। ਤਾਂ ਉਹ ਸੁਣ ਕੇ ਆਪਣੇ ਜੀਵਨ ਨੂੰ ਆਪੇ, ਕਿਉਂਕਿ ਭਾਵੇਂ ਕਿ ਹੁਣ ਦੇਖੋ ਆਪਾਂ ਲੋਕਡਾਊਨ ਵਿੱਚ ਹੈਗੇ ਹਾਂ, ਇਹੋ ਜਿਹੀਆਂ ਸਲਾਹਾਂ ਤੇ ਇਹੋ ਜਿਹੀ ਚੰਗੀਆਂ ਗੱਲਾਂ ਸੁਣ ਕੇ ਅਸੀਂ ਆਪਣੇ ਜੀਵਨ ਨੂੰ ਘਰੇ ਬੈਠੇ ਹੀ ਆਪਣਾ ਆਪ ਇਲਾਜ ਕਰ ਸਕਦੇ ਹਾਂ। ਸੋ ਮੈਂ ਤੁਹਾਡਾ ਇੱਕ ਵਾਰ ਫਿਰ ਪੰਜਾਬੀ ਵਿਰਾਸਤ USA ਦੇ ਚੈਨਲ ਵੱਲੋਂ ਧੰਨਵਾਦ ਕਰਦੀ ਹਾਂ ਕਿ ਜਦੋਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ, ਰਿਕੁਐਸਟ ਕਰਦੇ ਹਾਂ, ਤੁਸੀਂ ਸਿਰ ਮੱਥੇ ਪ੍ਰਵਾਨ ਕਰਕੇ ਸਾਡੇ ਨਾਲ ਪ੍ਰੋਗਰਾਮ ਕਰਨ ਦਿੰਦੇ ਹੋ। ਸੋ ਡਾਕਟਰ ਸਾਹਿਬ, ਅੱਜ ਕੱਲ੍ਹ ਕਾਫੀ ਮੁੱਦਾ ਉਛਲਿਆ ਹੋਇਆ ਆਰਥਰਾਈਟਿਸ ਦਾ, ਜੋੜਾਂ ਦੇ ਦਰਦਾਂ ਦਾ। ਇਹਦੇ ਵਿੱਚ ਮੈਂ ਤੁਹਾਨੂੰ ਪੁੱਛਾਂਗੀ ਕਿ ਜੋੜਾਂ ਦੇ ਦਰਦ ਹੁੰਦੇ ਕੀ ਨੇ, ਆਰਥਰਾਈਟਿਸ ਹੁੰਦਾ ਕੀ ਹੈ, ਤੇ ਇਹਦੇ ਮੁੱਖ ਕਾਰਨ ਕੀ ਨੇ? ਜੀ, ਸੋ ਜੋੜਾਂ ਦੇ ਦਰਦ ਨੂੰ ਅਗਰ ਅਸੀਂ ਲੈ ਕੇ ਚੱਲੀਏ ਤੇ ਇਹ ਬਹੁਤ ਹੀ ਕਾਮਨ ਚੀਜ਼ ਹੈ। ਸੋ ਮੇਰਾ ਕੰਮ ਜੋ ਹੈ ਐਜ਼ ਅ ਫੈਮਿਲੀ ਡਾਕਟਰ ਯੂਕੇ ਦੇ ਵਿੱਚ ਹੈਗਾ ਕਿ ਅਸੀਂ ਲੋਕਾਂ ਦੇ ਵਾਸਤੇ ਫਰਸਟ ਪੋਰਟ ਆਫ ਕਾਲ ਹੁੰਦੇ ਹਾਂ। ਸੋ ਉਹ ਸਭ ਤੋਂ ਪਹਿਲਾਂ ਮੇਰੇ ਵਰਗੇ ਡਾਕਟਰਾਂ ਕੋਲ ਆ ਕੇ ਪਹਿਲਾਂ ਸਲਾਹ ਮਸ਼ਵਰਾ ਲੈਂਦੇ ਨੇ, ਅਸੈਸਮੈਂਟਸ ਲੈਂਦੇ ਨੇ, ਟ੍ਰੀਟਮੈਂਟਸ ਲੈਂਦੇ ਨੇ। ਫਿਰ ਉਸ ਤੋਂ ਬਾਅਦ ਅਸੀਂ ਅਗਾਂਹ ਉਹਨਾਂ ਨੂੰ ਹਸਪੀਟਲ ਡਾਕਟਰਾਂ ਵੱਲ ਭੇਜਦੇ ਹਾਂ ਜਦੋਂ ਉਸ ਚੀਜ਼ ਦੀ ਲੋੜ ਪਏ ਜੀ। ਔਰ ਆਈ ਵੁੱਡ ਸੇ ਕਿ ਮੇਰੀ ਪ੍ਰੈਕਟਿਸ ਦੇ ਵਿੱਚ ਬਹੁਤ ਕਾਮਨਲੀ ਇਹ ਚੀਜ਼ ਦੇਖਣ ਨੂੰ ਮਿਲਦੀ ਹੈ, ਜੋ ਕਿ ਆਰਥਰਾਈਟਿਸ, ਜੋ ਕਿ ਜੋੜਾਂ ਦੇ ਦਰਦ ਅਸੀਂ ਕਹਿੰਦੇ ਹਾਂ। ਭਾਵੇਂ ਕਿ ਉਹ ਗੋਡਿਆਂ ਦੇ ਹੋ ਜਾਣ, ਹਿਪਸ ਦੇ ਹੋ ਜਾਣ, ਮੋਢਿਆਂ ਦੇ ਹੋ ਜਾਣ। So it is a very, very common problem. ਔਰ ਆਰਥਰਾਈਟਿਸ ਵੀ ਡਿਫਰੈਂਟ ਤਰ੍ਹਾਂ ਦੇ ਹੁੰਦੇ ਨੇ, ਜੋ ਕਿ ਓਬਵੀਅਸਲੀ ਅਸੀਂ ਗੱਲ ਕਰਾਂਗੇ। ਜੀ। ਬਟ ਸਭ ਤੋਂ ਕਾਮਨ, ਜਿਹੜਾ ਸਭ ਤੋਂ ਮੁੱਖ ਜਿਹੜਾ ਆਰਥਰਾਈਟਿਸ ਟਾਈਪ ਹੈ, ਉਹ ਹੈਗਾ ਹੈ ਡੀਜਨਰੇਟਿਵ ਡਿਜ਼ੀਜ਼, ਜਾਂ ਜਿਹਨੂੰ ਆਸਟੀਓਆਰਥਰਾਈਟਿਸ ਕਹਿੰਦੇ ਨੇ। ਔਰ ਇਸ ਦਾ ਸਭ ਤੋਂ ਮੁੱਖ ਕਾਰਨ ਹੈਗਾ ਹੈ ਮੋਟਾਪਾ। ਸੋ ਜਿਹੜੀ ਹੈਗੀ ਹੈ ਓਬੀਸਿਟੀ, ਇਹ ਸਭ ਤੋਂ ਜ਼ਿਆਦਾ ਜਿਹੜੀ ਹੈ ਪ੍ਰੈਵਲੈਂਟ ਜਿਹੜੀ ਕਾਜ਼ ਆਫ ਆਰਥਰਾਈਟਿਸ ਹੈਗੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਜੀ। ਹੁਣ ਸਾਡੇ ਕਾਫੀ ਦਰਸ਼ਕ ਹੋਣਗੇ ਜੋ ਕਿ ਐਕਚੁਅਲੀ ਉਹਨਾਂ ਨੂੰ ਮੋਟਾਪਾ ਐਕਚੁਅਲੀ ਇੰਨਾ ਅਸਰ ਨਹੀਂ ਕਰ ਰਿਹਾ ਹੋਵੇਗਾ, ਔਰ ਉਹਦੇ ਹੋਰ ਕਾਰਨ ਨੇ। ਕੁਝ ਚੀਜ਼ ਸਾਡੀ ਫੈਮਿਲੀ ਹਿਸਟਰੀ ਦੇ ਵਿੱਚ ਵੀ ਆ ਜਾਂਦੀ ਹੈ ਕਿ ਜੇ ਸਾਡੀ ਫੈਮਿਲੀ 'ਚ ਆਰਥਰਾਈਟਿਸ ਅਰਲੀ ਏਜ ਤੋਂ ਚੱਲਦਾ ਹੋਵੇ, ਸਾਡੇ ਚਾਂਸਸ ਜ਼ਿਆਦਾ ਵੱਧ ਜਾਂਦੇ ਨੇ। ਔਰ ਜਿਹੜੇ ਅਸੀਂ ਕੰਮ ਕਾਰੋਬਾਰ ਵੀ ਕਈ ਵਾਰੀ ਕਰਦੇ ਹਾਂ, ਜਿਹੜੇ ਸਾਡੇ ਮਜ਼ਦੂਰ ਭਾਈ ਨੇ, ਉਹਨਾਂ ਦੇ ਜੋੜ ਕਾਫੀ ਯੂਜ਼ ਹੁੰਦੇ ਨੇ, ਉਹਨਾਂ ਦੀ ਇਨਕਰੀਸਡ ਜਿੱਦਾਂ ਪ੍ਰੈਵਲੈਂਸ ਹੁੰਦੀ ਹੈ ਇਸ ਚੀਜ਼ ਵਾਸਤੇ। ਕਿ ਫਿਰ ਇਹਨਾਂ ਦਾ ਉੱਠਣ ਬੈਠਣ ਦਾ ਵੀ ਕੋਈ ਤਰੀਕਾ ਹੁੰਦਾ ਹੈ, ਕਿਉਂਕਿ ਕਈ ਵਾਰੀ ਅਸੀਂ ਬਿਨਾਂ ਸੋਚੇ ਸਮਝੇ ਉੱਠ ਬੈਠ ਜਾਂਦੇ ਹਾਂ। ਜੀ ਬਿਲਕੁਲ। ਸੋ ਹੁਣ ਇੱਥੇ ਸਾਡੇ ਦੇਸ਼ ਦੇ ਵਿੱਚ ਸਪੈਸੀਫਿਕਲੀ ਤੁਸੀਂ ਕਿਸੇ ਵੀ ਜੌਬ 'ਚ ਜਾਂਦੇ ਆ ਜਿੱਥੇ ਤੁਹਾਨੂੰ ਉੱਠਣ ਬੈਠਣ ਦੀ ਲੋੜ ਪੈਂਦੀ ਹੈ ਰਿਪੀਟਡਲੀ,
ਜੀ ਇੱਕ ਜਿਸ ਤਰ੍ਹਾਂ ਮੈਂਡੇਟਰੀ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ ਵੀ ਤੁਸੀਂ ਕਿਸ ਤਰ੍ਹਾਂ ਡੈਸਕ ਤੇ ਬੈਠਣਾ ਹੈ, ਕਿਸ ਹਾਈਟ ਲੈਵਲ ਤੇ ਕੰਪਿਊਟਰ ਰੱਖਣਾ ਹੈ, ਜੀ ਔਰ ਜਦੋਂ ਭਾਰ ਚੁੱਕਣਾ ਹੈ ਉਦੋਂ ਕਿਸ ਤਰ੍ਹਾਂ ਚੁੱਕਣਾ ਹੈ ਤਾਂ ਕਿ ਤੁਹਾਡੇ ਸਰੀਰ ਤੇ ਇੰਨੇ ਬੁਰੇ ਅਸਰ ਨਾ ਪੈਣ। ਜੀ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜੇ ਲੋਕ ਜਿਨ੍ਹਾਂ ਨੂੰ ਇਹ ਟ੍ਰੇਨਿੰਗ ਨਹੀਂ ਮਿਲਦੀ, ਜੀ ਉਹ ਵੀ ਇਸ ਟ੍ਰੇਨਿੰਗ ਨਾਲ ਜਿੱਦਾਂ ਜਾਣੂ ਹੋਣ। ਅੱਜ ਕੱਲ੍ਹ ਆਨਲਾਈਨ ਇਨਫੋਰਮੇਸ਼ਨ ਕਾਫੀ ਮਿਲ ਜਾਂਦੀ ਹੈ ਮੈਨੂਅਲ ਹੈਂਡਲਿੰਗ ਟ੍ਰੇਨਿੰਗ ਨੂੰ ਲੈ ਕੇ। ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇਸ ਬਾਰੇ ਆਪਾਂ ਤੁਹਾਨੂੰ ਪੁੱਛ ਲਈਏ ਕਿ ਤੁਸੀਂ ਤਾਂ ਆਪ ਤਾਂ ਟ੍ਰੇਨਿੰਗ ਕੀਤੀ ਹੋਈ ਹੈ ਤੇ ਸਾਨੂੰ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਮਤਲਬ ਜਾਂ ਆਪਣੀ ਕੋਈ ਵੀਡੀਓ ਬਣਾ ਕੇ ਤਾਂ ਜਾਂ ਫਿਰ ਕੁਝ ਇਸ ਤਰੀਕੇ ਨਾਲ ਕਰਕੇ ਦੱਸ ਦੇਣਾ ਕਿ ਤਾਂ ਕਿ ਲੋਕਾਂ ਨੂੰ ਆਵਾਮ ਨੂੰ ਪਤਾ ਲੱਗ ਸਕੇ ਕਿ ਉਹਨਾਂ ਨੂੰ ਰਹਿਣੀ ਬਹਿਣੀ ਕਿਵੇਂ ਆਪਣੀ ਰੱਖਣੀ ਹੈ ਇਸ ਵਿੱਚ ਵੀ। ਤੇ ਮੈਂ ਪੁੱਛਣਾ ਚਾਹਾਂਗੀ ਕਿ ਆਰਥਰਾਈਟਿਸ ਦਾ ਪਤਾ ਕਿਵੇਂ ਲੱਗਦਾ ਹੈ ਕਿ ਇਹ ਬਿਮਾਰੀ ਤੁਹਾਨੂੰ ਆ ਗਈ ਹੈ, ਜਾਂ ਕਿਉਂਕਿ ਕਈ ਵਾਰੀ ਆਮ ਗੋਡੇ ਦੁਖਦੇ ਹੁੰਦੇ ਨੇ ਜਾਂ ਲੱਤਾਂ 'ਚ ਪੀੜ ਹੁੰਦੀ ਹੈ, ਕਿ ਉਹਨੂੰ ਆਰਥਰਾਈਟਿਸ ਕਿਹਾ ਜਾਂਦਾ ਹੈ ਜਾਂ ਇਹਦੇ ਹੋਰ ਕੁਝ ਲੱਛਣ ਹੁੰਦੇ ਨੇ? ਹਾਂਜੀ, ਸੋ ਜਿਹੜੀ ਹੈਗੀ ਹੈ ਜੋੜਾਂ ਦੀ ਪੇਨ ਜਾਂ ਦਰਦ ਹੋਣੀ, ਇਹ ਸਭ ਤੋਂ ਜਨਰਲੀ ਸਭ ਤੋਂ अर्ਲੀ ਸਾਈਨ ਹੁੰਦਾ ਹੈ ਕਿ ਆਰਥਰਾਈਟਿਸ ਸ਼ੁਰੂ ਹੋ ਰਿਹਾ ਹੈ। ਔਰ ਇਸੈਂਸ਼ਲੀ ਅਗਰ ਅਸੀਂ ਦੇਖੀਏ ਵੀ ਆਰਥਰਾਈਟਿਸ ਐਕਚੁਅਲੀ ਹੈ ਕੀ ਹੈ, ਸੋ ਜਿਹੜਾ ਕਾਮਨ ਟਾਈਪ ਆਫ ਆਰਥਰਾਈਟਿਸ ਜਿਹਨੂੰ ਆਸਟੀਓਆਰਥਰਾਈਟਿਸ ਕਹਿੰਦੇ ਨੇ, ਇਹਨੂੰ ਅਸੀਂ ਨਾਰਮਲੀ ਇੰਗਲਿਸ਼ ਦੇ ਵਿੱਚ ਸੌਖੀ ਭਾਸ਼ਾ ਦੇ ਵਿੱਚ ਸਮਝਾਉਣ ਵਾਸਤੇ ਇਹਨੂੰ ਵੇਅਰ ਐਂਡ ਟੇਅਰ ਆਰਥਰਾਈਟਿਸ ਵੀ ਕਹਿ ਦਿੰਦੇ ਹਾਂ। ਸੋ ਵੇਅਰ ਐਂਡ ਟੇਅਰ ਦਾ ਮਤਲਬ ਹੈ ਕਿ ਕੋਈ ਚੀਜ਼ ਜਿਹੜੀ ਹੈ ਦੁਬਾਰਾ ਉਹ ਘਿਸੀ ਜਾਣੀ। ਜਿਸ ਤਰ੍ਹਾਂ ਗੱਡੀ ਦਾ ਟਾਇਰ ਹੋ ਗਿਆ ਫੋਰ ਐਗਜ਼ਾਮਪਲ, ਉਹਨੂੰ ਜਿੰਨਾ ਅਸੀਂ ਚਲਾਵਾਂਗੇ ਉਹਨਾਂ ਘਿਸੀ ਜਾਏਗਾ। ਜੀ ਜਾਂ ਪੈਨਸਲ ਦੇ ਨਾਲ ਰਬੜ ਹੁੰਦੀ ਹੈ, ਜਿੰਨੀ ਰਬੜ ਨੂੰ ਘਿਸਾਂਗੇ ਉਹ ਘਿਸੀ ਜਾਂਦੀ ਹੈ। ਜੀ ਇਸ ਤਰ੍ਹਾਂ ਹੀ ਸਾਡੇ ਜੋੜ ਨੇ, ਇਹਨਾਂ ਦੇ ਵਿੱਚ ਗੁਰੂ ਮਹਾਰਾਜ ਨੇ ਸ਼ੌਕ ਜਿਸ ਤਰ੍ਹਾਂ ਅਬਜ਼ੋਰਬਰਸ ਇੱਕ ਤਰ੍ਹਾਂ ਦੇ ਲਗਾਏ ਹੋਏ ਨੇ, ਜਿਨ੍ਹਾਂ ਔਰ ਸਿਨੋਵੀਅਲ ਫਲੂਇਡ ਵਗੈਰਾ ਹੁੰਦਾ ਹੈ ਜਿਹਦੇ ਨਾਲ ਕਾਫੀ ਕੁਸ਼ਨਿੰਗ ਹੁੰਦੀ ਹੈ, ਕਾਫੀ ਜਿਸ ਤਰ੍ਹਾਂ ਉਹ ਸੌਫਟ ਰੱਖਦੀ ਹੈ ਤੁਹਾਡੇ ਗੋਡਿਆਂ ਨੂੰ ਜਾਂ ਕੋਈ ਵੀ ਜੁਆਇੰਟ ਨੂੰ। ਲਾਈਕ ਰਬਰ ਟਾਈਪ ਹੁੰਦਾ ਅੰਦਰ ਜੋੜਾਂ ਦੇ ਵਿੱਚ। ਬਿਲਕੁਲ ਜੀ, ਬਿਲਕੁਲ। ਔਰ ਅਗਰ ਜਿੰਨਾ ਅਸੀਂ ਉਹਨੂੰ ਯੂਜ਼ ਕਰਦੇ ਹਾਂ ਉਹ ਉਹਨਾਂ ਜਿਸ ਤਰ੍ਹਾਂ ਘਿਸਦਾ ਹੈ, ਔਰ ਅਗਰ ਅਸੀਂ ਉਹਨੂੰ ਓਵਰ ਯੂਜ਼ ਔਰ ਅਬਿਊਜ਼ ਕਰਦੇ ਹਾਂ, ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਔਰ ਹੀਲਿੰਗ ਦਾ ਚਾਂਸ ਨਹੀਂ ਦਿੰਦੇ, ਫਿਰ ਆਰਥਰਾਈਟਿਸ ਵਰਗੀ ਪ੍ਰੋਬਲਮ ਜਿਹੜੀ ਹੈ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ। ਸੋ ਇਹਨੂੰ ਲੈ ਕੇ ਨਾਰਮਲੀ ਸਾਡੇ ਸਭ ਤੋਂ ਪਹਿਲੀ ਚੀਜ਼ ਤੇ ਜੋੜਾਂ ਦੇ ਵਿੱਚ ਦਰਦ ਸ਼ੁਰੂ ਹੁੰਦੇ ਨੇ, ਫਿਰ ਥੋੜੀ ਜਿਹੀ ਅਕੜਾਹਟ ਵੀ ਆਉਂਦੀ ਹੈ, ਥੋੜੀ ਸਟਿਫਨੈਸ ਆਉਂਦੀ ਹੈ ਜੋੜਾਂ ਦੇ ਵਿੱਚ, ਕਿਉਂਕਿ ਉਹਨਾਂ ਦੀ ਉਹ ਮੂਵਮੈਂਟ ਜਿਹੜੀ ਹੈ ਉਹ ਪਹਿਲੀ ਵਰਗੀ ਨਹੀਂ ਰਹਿੰਦੀ। ਜੀ, ਪਰ ਇਹਦਾ ਮੁੱਖ ਕਾਰਨ ਇਹ ਵੀ ਹੁੰਦਾ ਕਿ ਮਤਲਬ ਜੇ ਕੰਮ ਤੇ ਜਾਂਦੇ ਆ ਤਾਂ ਉਹਦੇ ਨਾਲ ਐਕਸਰਸਾਈਜ਼ ਨਹੀਂ ਕਰਦੇ ਆ ਤਾਂ ਜਿਹੜਾ ਬਲੱਡ ਸਰਕੂਲੇਟ ਜਾਂ ਬਲੱਡ ਕਲੋਥ ਬਣਦੇ ਨੇ ਵੇਨਸ ਦੇ ਵਿੱਚ, ਉਹਦੇ ਕਰਕੇ ਵੀ ਜੋੜਾਂ ਦਾ ਮਤਲਬ ਜਿਹੜਾ ਬਲੱਡ ਸਰਕੂਲੇਸ਼ਨ ਗੁੱਡ ਨਹੀਂ ਹੋਣ ਕਰਕੇ ਵੀ ਜੋੜਾਂ ਦੇ ਦਰਦ ਦੀ ਤਕਲੀਫ ਹੋ ਜਾਂਦੀ ਹੈ। ਅਗਰ ਅਸੀਂ ਦੇਖੀਏ ਜਿੱਦਾਂ ਦੀ ਸਾਡੀ ਸੁਸਾਇਟੀ ਹੈ, ਕਾਫੀ ਲੋਕ ਅਸੀਂ ਬੈਠ ਕੇ ਕੰਮ ਕਰਦੇ ਹਾਂ ਜਾਂ ਬੈਠਣ ਵਾਲੇ ਕੰਮ, ਸਪੈਸ਼ਲੀ ਡਿਊਰਿੰਗ ਲੋਕਡਾਊਨ, ਜਿਹੜੇ ਮੇਰੇ ਵੀਰ ਔਰ ਭੈਣਾਂ ਜਿਸ ਤਰ੍ਹਾਂ ਬਾਹਰ ਨਹੀਂ ਕੰਮ ਮੈਨੂਅਲ ਕੰਮ ਨਹੀਂ ਕਰਦੇ, ਅਸੀਂ ਬੈਠ ਕੇ ਜ਼ਿਆਦਾ ਕੰਮ ਕਰਦੇ ਹਾਂ। ਸੋ ਕੁਰਸੀਆਂ ਦਾ ਡਿਜ਼ਾਈਨ ਜੋ ਹੈ ਹਮੇਸ਼ਾ ਹੈਗਾ ਕਿ ਸਾਨੂੰ ਇੱਕੋ ਪੋਜੀਸ਼ਨ 'ਚ ਰੱਖਦਾ ਹੈ। ਸਾਡੇ ਕੱਪੜਿਆਂ ਦਾ ਡਿਜ਼ਾਈਨ ਦੇਖ ਲਓ, ਸਾਡੀ ਜਿਹੜੀ ਬਾਂਹ ਹੈ ਉਹ ਸੀਮ ਇਸ ਤਰ੍ਹਾਂ ਦੇ ਲਗਾਏ ਜਾਂਦੇ ਨੇ ਕਿ ਅਸੀਂ ਇਸ ਤਰ੍ਹਾਂ ਨੈਚੁਰਲ ਜਿਸ ਤਰ੍ਹਾਂ ਹੁਣ ਮੈਂ ਤੇ ਤੁਸੀਂ ਬੈਠੇ ਹਾਂ ਇਸ ਤਰ੍ਹਾਂ ਅਸੀਂ ਬੈਠਦੇ ਰਹਿੰਦੇ। ਸੋ ਇਹਦੇ ਨਾਲ ਪ੍ਰੋਬਲਮ ਇਹ ਹੁੰਦੀ ਹੈ ਕਿ ਜਿੰਨੇ ਸਾਡੇ ਮਸਲਸ ਨੇ ਉਹ ਉਹਨੇ ਯੂਜ਼ ਨਹੀਂ ਹੁੰਦੇ, ਕੁਝ ਮਸਲਸ ਜਿਹੜੇ ਹੋਣੇ ਚਾਹੀਦੇ ਜੀ। ਔਰ ਉਹ ਜਿਹੜੀ ਅਨਫਿਟਨੈਸ ਜਦੋਂ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦਾ ਪ੍ਰਭਾਵ ਜੋੜਾਂ ਤੇ ਵੀ ਬੁਰੀ ਤਰ੍ਹਾਂ ਪੈਂਦਾ ਹੈ। ਜੋੜਾਂ ਨੂੰ ਉਹ ਜਿਸ ਤਰ੍ਹਾਂ ਇੱਕ ਪਾਸੇ ਜ਼ਿਆਦਾ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਔਰ ਦੂਸਰੇ ਪਾਸੇ ਘੱਟ ਪੈਣੀ ਸ਼ੁਰੂ ਹੋ ਜਾਂਦੀ ਤੇ ਉਹਦੇ ਨਾਲ ਵੀ ਫਿਰ ਜਿਹੜੀ ਹੈ ਉਹ ਇੰਬੈਲੈਂਸ ਜਿਹੜਾ ਹੈ, ਕਿਉਂਕਿ ਬੋਡੀ ਸਾਡੀ ਹੈਗੀ ਆ ਬਣੀ ਆ ਮੂਵਮੈਂਟ ਵਾਸਤੇ ਜੀ। ਇੱਕ ਵਾਰੀ ਮੇਰੀ ਬੜੀ ਅੱਛੀ ਗੱਲ ਹੋ ਰਹੀ ਸੀ ਕਿ ਇੱਕ ਮੇਰੀ ਫਿਜ਼ੀਓਥੈਰੇਪਿਸਟ ਦੇ ਨਾਲ, ਔਰ ਮੈਂ ਇੱਕ ਕੁਰਸੀ ਲੱਭ ਰਿਹਾ ਸੀਗਾ ਆਪਣੇ ਆਫਿਸ ਵਾਸਤੇ ਤੇ ਮੈਂ ਪੁੱਛ ਰਿਹਾ ਸੀ ਉਹਨਾਂ ਦੀ ਸਲਾਹ ਕਿ ਮੇਰੇ ਲਈ ਬੈਸਟ ਕੁਰਸੀ ਜਿਹੜੀ ਮੇਰੀ ਬੋਡੀ ਵਾਸਤੇ ਕਿਹੜੀ ਹੈ ਜੀ, ਰეკਮੈਂਡ ਕਰੋਗੇ। ਔਰ ਉਹਨਾਂ ਨੇ ਬੜਾ ਅੱਛਾ ਜਵਾਬ ਦਿੱਤਾ ਕਿ ਡਾਕਟਰ ਸਾਹਿਬ ਐਕਚੁਅਲੀ ਸਾਡੀ ਬੋਡੀ ਬੈਠਣ ਵਾਸਤੇ ਨਹੀਂ ਬਣੀ, ਇਹ ਹਿੱਲਣ ਵਾਸਤੇ ਬਣੀ ਹੈ। ਸਾਨੂੰ
ਮਹਾਰਾਜ ਨੇ ਹੱਥ ਦਿੱਤੇ ਨੇ ਤਾਂ ਕਿ ਅਸੀਂ ਇਹਨਾਂ ਨੂੰ ਯੂਜ਼ ਕਰੀਏ, ਪੈਰ ਜੀ। ਦਿੱਤੇ ਨੇ ਤਾਂ ਕਿ ਯੂਜ਼ ਕਰੀਏ। ਸੋ ਉਹਨਾਂ ਦੀ ਸਲਾਹ ਸੀ ਕਿ ਤੁਸੀਂ ਜ਼ਿਆਦਾਤਰ ਬੈਠਣਾ ਨਹੀਂ ਹੈ, ਕੀਪ ਮੂਵਿੰਗ। मूवमेंट कर दी जाएंगे। Absolutely. So we should ਜਿੱਦਾਂ ਅਸੀਂ ਟਰਾਈ ਕਰੀਏ ਕਿ ਅਸੀਂ ਮੂਵਮੈਂਟ ਜਿਹੜੀ ਆ ਆਪਣੇ ਡੇਲੀ ਰੂਟੀਨ ਦੇ ਵਿੱਚ ਕਾਫੀ ਇਨਕੋਰਪੋਰੇਟ ਕਰੀਏ, ਤਾਂ ਕਿ ਇਸ ਟਾਈਪ ਆਫ ਆਰਥਰਾਈਟਿਸ ਜਿਹੜਾ ਹੈ ਸਾਡੇ ਤੇ ਘੱਟ ਪ੍ਰਭਾਵ ਪਾਵੇ। ਜੀ। ਸੋ ਮੈਂ ਤੇ ਇੱਥੇ ਇੱਕ ਗੱਲ ਪੁੱਛਣਾ ਚਾਹਾਂਗੀ ਕਿ ਕਿਉਂਕਿ ਜਿਹਦੇ ਵਿੱਚ ਜਿਵੇਂ ਹੁਣ ਤੁਸੀਂ ਕਿ ਮੂਵਮੈਂਟ ਕਰੀ, ਜਦੋਂ ਅਸੀਂ ਬੈਠੇ ਰਹਿੰਦੇ ਹਾਂ ਤਾਂ ਸਾਡਾ ਬਲੱਡ ਰੁਕ ਜਾਂਦਾ ਹੈ, ਬੋਡੀ ਵਿੱਚ ਪਿੰਸ ਐਂਡ ਨੀਡਲਸ ਜਿਸ ਤਰ੍ਹਾਂ ਦੀ ਫੀਲਿੰਗ ਆ ਜਾਂਦੀ ਹੈ। ਇੱਥੋਂ ਹੀ ਪਤਾ ਲੱਗ ਸਕਦਾ ਹੈ ਕਿ ਜੋੜਾਂ ਦੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ, ਸ਼ੁਰੂ ਹੋ ਰਹੀ ਹੈ। ਹਾਂਜੀ, ਕਈ ਵਾਰ ਕੀ ਹੁੰਦਾ ਹੈ ਕਿ ਡਿਪੈਂਡਿੰਗ ਔਨ ਕਿਹੜਾ ਜੋੜ ਅਫੈਕਟਡ ਹੈ, ਜਿਹੜੇ ਪਿੰਸ ਐਂਡ ਨੀਡਲਸ ਜਾਂ ਜਿਸ ਤਰ੍ਹਾਂ ਚੁਭਨ ਆਉਣੀ, ਨਮਨੈਸ ਆਉਣੀ, ਕਈ ਵਾਰੀ ਸਾਈਨ ਹੁੰਦਾ ਹੈ ਕਿ ਆਰਥਰਾਈਟਿਸ ਅੱਗੇ ਵੱਧ ਰਿਹਾ ਹੈ। ਸੋ ਕੀ ਹੁੰਦਾ ਹੈ ਕਿ ਨੋਰਮਲੀ ਸਾਡੀ ਜਿਹੜੀ ਬੋਡੀ ਦੀ ਅਨੈਟਮੀ ਹੈ, ਜਿਸ ਤਰ੍ਹਾਂ ਉਹ ਡਿਜ਼ਾਈਨ ਕੀਤੀ ਗਈ ਹੈ, ਉਹਦੇ ਆਲੇ ਦੁਆਲੇ ਜਿਹੜੀਆਂ ਨੇ ਨਰਵਸ ਹੁੰਦੀਆਂ ਨੇ ਜੀ। ਬਟ ਜਦੋਂ ਉਹ ਜਿਹੜਾ ਜੋੜ ਹੈ ਉਹਦੇ ਤੇ ਬੁਰਾ ਅਸਰ ਪੈ ਕੇ ਉਹਦੀ ਸ਼ੇਪ ਜਿਹੜੀ ਹੈ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਉਹ ਸ਼ੇਪ ਚੇਂਜ ਹੋਣ ਦੇ ਨਾਲ ਜਿਹੜੀਆਂ ਸਾਡੀਆਂ ਨਾਲੋਂ ਜਿਹੜੀਆਂ ਨਰਵਸ ਜਾਂਦੀਆਂ ਨੇ ਉਹਨਾਂ ਤੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹਦਾ ਸੋਲੂਸ਼ਨ ਕੀ ਕੀਤਾ ਜਾਵੇ? ਇਸ ਦੇ ਸੋਲੂਸ਼ਨ ਕਾਫੀ ਨੇ। ਸੋ ਇਸੈਂਸ਼ੀਅਲੀ ਅਗਰ ਜਿਹੜੀਆਂ ਟ੍ਰੀਟਮੈਂਟ ਆਪਸ਼ਨਸ ਅਸੀਂ ਇਹਦੇ ਬਾਰੇ ਸੋਚੀਏ ਤੇ ਜਨਰਲੀ ਸਪੀਕਿੰਗ 4 ਟ੍ਰੀਟਮੈਂਟ ਆਪਸ਼ਨਸ ਨੇ। ਪਹਿਲੀ ਤੇ ਟ੍ਰੀਟਮੈਂਟ ਆਪਸ਼ਨ ਹੈ ਕਿ ਤੁਸੀਂ ਜਿਹੜਾ ਸਿੰਪਟਮ ਹੈ, ਤੁਹਾਨੂੰ ਜਿਹੜੀ ਦਰਦ ਹੋ ਰਹੀ ਹੈ, ਤੁਸੀਂ ਉਹਦੇ ਵਾਸਤੇ ਕੁਝ ਕਰੋ ਤਾਂ ਕਿ ਐਟਲੀਸਟ ਤੁਸੀਂ ਉੱਠ ਕੇ ਆਪਣਾ ਖਾਣਾ ਪਾਣੀ ਕਰ ਸਕੋ, ਤੁਸੀਂ ਕੰਮ ਆਪਣਾ ਕਾਰੋਬਾਰ ਕਰ ਸਕੋ। ਬਟ ਉਹਦੇ ਨਾਲ ਕਾਫੀ ਇੰਪੋਰਟੈਂਟ ਹੁੰਦਾ ਹੈ ਐਂਟੀ ਇਨਫਲੈਮੇਟਰੀਜ਼, ਜਿਸ ਤਰ੍ਹਾਂ ਆਈਬੂਪ੍ਰੋਫਨ ਹੋ ਗਈ, ਨਿਊਰੋਫੈਨ ਹੋ ਗਏ। ਸੋ ਡਿਫਰੈਂਟ ਤਰ੍ਹਾਂ ਦੀਆਂ ਐਂਟੀ ਇਨਫਲੈਮੇਟਰੀਜ਼ ਹੁੰਦੀਆਂ ਨੇ। ਆਈ ਵੁੱਡ ਸੇ ਕਿ ਇਹ ਤਰ੍ਹਾਂ ਕੁਝ ਦਿਨਾਂ ਵਾਸਤੇ ਜਦੋਂ ਇਹ ਰੈਗੂਲਰਲੀ ਲਏ ਜਾਣ ਉਦੋਂ ਅੱਛਾ ਅਸਰ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਤੇ ਪੈਂਦਾ ਹੈ। ਬਟ ਜਿਹੜੇ ਲੋਕ ਨੈਚੁਰਲੀ ਚਾਹੁੰਦੇ ਨੇ ਕਿ ਦਵਾਈਆਂ ਤੋਂ ਬਿਨਾਂ ਅਸੀਂ ਇਹਨੂੰ ਟ੍ਰੀਟ ਕਰੀਏ, ਦੈਨ ਉਹਦੇ ਵਾਸਤੇ ਫਿਰ ਦੂਸਰਾ ਆਪਸ਼ਨ ਸਾਡਾ ਹੁੰਦਾ ਹੈ ਫਿਜ਼ੀਓਥੈਰੇਪੀ। ਅਗਰ ਅਸੀਂ ਫਿਜ਼ੀਓਥੈਰੇਪੀ ਬਾਰੇ ਸੋਚੀਏ ਤੇ ਇਹਨੂੰ ਲੈ ਕੇ ਵੀ ਕਾਫੀ ਜਿਹੜੀ ਹੈ ਮਿਸ ਇਨਫੋਰਮੇਸ਼ਨ ਹੈਗੀ ਹੈ ਸਾਡੀਆਂ ਕਮਿਊਨਿਟੀਜ਼ ਦੇ ਵਿੱਚ। ਫਿਜ਼ੀਓਥੈਰੇਪੀ ਨੂੰ ਕਈ ਵਾਰੀ ਗਲਤੀ ਨਾਲ ਮਸਾਜ ਸਮਝਿਆ ਜਾਂਦਾ ਹੈ, ਵੀ ਮੈਂ ਫਿਜ਼ੀਓਥੈਰੇਪੀ ਕਰਾਉਣ ਚੱਲਿਆ ਐਂਡ ਐਕਚੁਅਲੀ ਯੂ ਗੋਇੰਗ ਟੂ ਅ ਮਸਾਜ ਪਾਰਲਰ ਕਿ ਕੋਈ ਤੁਹਾਡੀ ਮਸਾਜ ਕਰੇ। ਜੀ। ਜੋ ਫਿਜ਼ੀਓਥੈਰੇਪੀ ਐਕਚੁਅਲੀ ਹੈਗੀ ਹੈ ਉਹ ਹੁਣ ਇਟਸ ਬੇਸਡ ਔਨ ਕਿ ਐਕਸਰਸਾਈਜ਼ਸ ਐਂਡ ਪੋਸਚਰ, ਜਿਸ ਤਰ੍ਹਾਂ ਕਿ ਤੁਸੀਂ ਆਪਣਾ ਕਿਸ ਤਰ੍ਹਾਂ ਰੱਖਦੇ ਆ। ਠੀਕ ਹੈ। ਉਹ ਕੀ ਕਰਦੇ ਨੇ ਕਿ ਕਿਉਂਕਿ ਤੁਹਾਡੇ ਜੋੜ ਜਿਹੜੇ ਨੇ ਉਹ ਮੁੜ ਗਏ ਨੇ, ਉਹਨਾਂ ਨੇ ਫਿਰ ਮਸਲਸ ਜਿਹੜੇ ਤੁਹਾਡੇ ਮਸਲਸ ਨੇ ਅਰਾਊਂਡ ਦ ਜੁਆਇੰਟ ਨੇ, ਉਹਨਾਂ ਤੇ ਕੰਮ ਕਰਕੇ ਉਹਨਾਂ ਨੂੰ ਸਟਰੋਂਗ ਕਰਨਾ ਹੈ ਤਾਂ ਕਿ ਉਹ ਦੁਬਾਰਾ ਉਸ ਜੁਆਇੰਟ ਨੂੰ ਰਫਲੀ ਉਸ ਸ਼ੇਪ 'ਚ ਲੈ ਕੇ ਆਉਣ ਜਿਹੜੀ ਉਹਦੀ ਨੈਚੁਰਲ ਸ਼ੇਪ ਹੈ। ਜੀ। ਉਹਦੇ ਨਾਲ ਫਿਰ ਤੁਹਾਡੇ ਨਰਵਸ ਤੇ ਵੀ ਘੱਟ ਅਸਰ ਪਏਗਾ ਐਂਡ ਤੁਹਾਨੂੰ ਇਹ ਪਿੰਸ ਐਂਡ ਨੀਡਲਸ ਵੀ ਜਿਹੜੀਆਂ ਨੇ ਘੱਟ ਹੋਣਗੀਆਂ। ਜੀ। So it's to do with exercises and posture. ਔਰ ਕਈ ਵਾਰੀ ਲੋਕਾਂ ਨੂੰ ਜਦੋਂ ਇਹ ਸਮਝਾਈਏ ਕਿ ਐਕਸਰਸਾਈਜ਼, ਉਹ ਕਹਿੰਦੇ ਕਸਰਤ ਤੇ ਮੈਂ ਬਹੁਤ ਕਰਦਾ ਡਾਕਟਰ ਸਾਹਿਬ, ਮੈਂ ਜਿਮ ਵੀ ਜਾਂਦਾ ਆ। ਬਟ ਐਕਚੁਅਲੀ ਫਿਜ਼ੀਓਥੈਰੇਪੀ ਜਿਹੜੀ ਹੈ ਉਹ ਨਾਰਮਲ ਐਕਸਰਸਾਈਜ਼ਸ ਨਾਲੋਂ ਡਿਫਰੈਂਟ ਹੈ। ਉਹ ਬੜੀਆਂ ਸਪੈਸੀਫਿਕ ਟਾਈਪਸ ਆਫ ਐਕਸਰਸਾਈਜ਼ਸ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਸਪੈਸੀਫਿਕ ਮਸਲ ਗਰੁੱਪਸ ਤੇ ਐਕਟ ਕਰਦੀਆਂ ਨੇ, ਔਰ ਜਿਹੜੇ ਫਿਜ਼ੀਓਥੈਰੇਪਿਸਟਸ ਨੇ ਉਹ ਪ੍ਰੋਫੈਸ਼ਨਲਸ ਨੇ, ਉਹ ਤੁਹਾਨੂੰ ਦੱਸ ਸਕਣਗੇ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਐਕਸਰਸਾਈਜ਼ਸ ਸਪੈਸੀਫਿਕਲੀ ਕਰਨੀਆਂ ਨੇ ਔਰ ਤੁਹਾਡੀ ਇੰਪਰੂਵਮੈਂਟ ਹੋਏਗੀ। ਇਸ ਤੋਂ ਇਲਾਵਾ ਫਿਰ ਜਦੋਂ ਦਵਾਈਆਂ ਦਾ ਹੋ ਗਿਆ ਅਸਰ ਫਿਨਿਸ਼, ਫਿਜ਼ੀਓਥੈਰੇਪੀ ਐਂਡ ਲਾਸਟਲੀ ਫਿਰ ਜਾਂ ਜੁਆਇੰਟ ਇੰਜੈਕਸ਼ਨਸ ਰਹਿ ਗਏ ਤੇ ਜਾਂ ਫਿਰ ਆਪਰੇਸ਼ਨ, ਜੋ ਕਿ ਇਵੈਂਚੁਅਲ ਆਪਸ਼ਨ ਹੈਗਾ ਸਾਰਿਆਂ ਵਾਸਤੇ। ਇੰਜੈਕਸ਼ਨ ਬੋਡੀ ਵਾਸਤੇ ਗੁੱਡ ਹੁੰਦੇ ਨੇ ਜਾਂ ਇਹਦੇ ਕੋਈ ਸਾਈਡ ਇਫੈਕਟ ਵੀ ਹੁੰਦੇ ਨੇ? ਜੇ ਆਪਾਂ ਇੰਜੈਕਸ਼ਨ ਲਗਾ ਰਹੇ ਨੇ ਤੇ ਇੰਜੈਕਸ਼ਨ ਲਗਾਉਣ ਦੇ ਨਾਲ ਕਿੰਨਾ ਚਿਰ ਜੁਆਇੰਟ ਨੂੰ ਰਿਲੀਫ ਮਿਲਦਾ ਹੈ? ਹਾਂਜੀ, ਸੋ 2 ਮੇਨ ਤਰ੍ਹਾਂ ਦੇ ਜੁਆਇੰਟ ਇੰਜੈਕਸ਼ਨਸ ਆਉਂਦੇ ਨੇ। ਕਾਫੀ ਕਾਮਨਲੀ ਅਸੀਂ ਸਟੀਰੋਇਡ ਇੰਜੈਕਸ਼ਨਸ ਜਿਹੜੇ ਨੇ ਯੂਜ਼ ਕਰਦੇ ਹਾਂ,
ਜੀ ਔਰ ਇੱਕ ਦੂਸਰੇ ਇੰਜੈਕਸ਼ਨਸ ਹੁੰਦੇ ਨੇ PRP ਜੋ ਕਿ ਘੱਟ ਯੂਜ਼ ਹੁੰਦੇ ਨੇ। ਦੋਵਾਂ ਬਟ ਚ ਜਿਹੜੇ ਅੰਤਰ ਹੈ? ਹਾਂਜੀ ਦੋਵਾਂ ਚ ਅੰਤਰ ਕੀ ਹੈ? ਹਾਂਜੀ, ਸੋ ਇਸੈਂਸ਼ਲੀ ਜਿਹੜਾ ਸਟੈਰੋਇਡ ਇੰਜੈਕਸ਼ਨ ਹੈ ਉਹ ਤੇ ਤੁਸੀਂ ਬੇਸਿਕਲੀ ਦਵਾਈ ਇੰਜੈਕਟ ਕਰ ਰਹੇ ਆ ਤੁਹਾਡੇ ਜੋੜ ਜੋਇੰਟ ਦੇ ਵਿੱਚ। ਵਿੱਚ? ਜੀ ਜਿਹੜਾ PRP ਹੈ ਜਿਹਨੂੰ ਕਿ ਪਲਾਜ਼ਮਾ ਰਿਚ ਪ੍ਰੋਟੀਨਸ ਕਹਿੰਦੇ ਨੇ, ਉਹ ਕੀ ਹੁੰਦਾ ਹੈ ਕਿ ਤੁਹਾਡਾ ਆਪਣਾ ਖੂਨ ਕੱਢ ਕੇ ਜੀ ਉਹਨੂੰ ਮਸ਼ੀਨ ਦੇ ਵਿੱਚ ਸੈਂਟਰੀਫਿਊਜ ਕੀਤਾ ਜਾਂਦਾ ਹੈ, ਘੁਮਾਇਆ ਜਾਂਦਾ ਜੀ ਹੈ। ਉਸ ਦੇ ਵਿੱਚੋਂ ਜਿਹੜੀ ਰੈੱਡ ਸੈਲਸ ਨੂੰ ਸੈਪਰੇਟ ਕਰਕੇ ਜਿਹੜਾ ਪਲਾਜ਼ਮਾ ਬਚ ਜਾਂਦਾ ਹੈ, ਜੀ ਉਹ ਪਲਾਜ਼ਮਾ ਫਿਰ ਤੁਹਾਡੀ ਬੋਡੀ ਦੇ ਵਿੱਚ ਦੁਬਾਰਾ ਇੰਜੈਕਟ ਕੀਤਾ ਜਾਂਦਾ ਹੈ। ਠੀਕ ਹੈ। ਸੋ ਇਹ ਕਾਫੀ ਐਕਸਪੈਂਸਿਵ ਪ੍ਰੋਸੀਜਰ ਹੈ ਔਰ ਨਾਰਮਲੀ ਸਾਡੀ NHS ਦੇ ਵਿੱਚ ਜਿਤਨਾ ਇਹਨੂੰ ਨਹੀਂ ਅਵੇਲੇਬਲ, ਪ੍ਰਾਈਵੇਟਲੀ ਅਵੇਲੇਬਲ ਹੈ। ਬਟ ਦੈਟਸ ਮੋਰ ਨੈਚੁਰਲ ਵੇ ਆਫ ਕਾਈਂਡ ਆਫ ਜਿਹੜੀ ਤੁਹਾਡੀ ਜੁਆਇੰਟ ਇੰਜੈਕਸ਼ਨ ਵਾਸਤੇ। ਬਟ ਜਿਹੜਾ ਸਟੈਰੋਇਡ ਇੰਜੈਕਸ਼ਨ ਹੈ ਦੈਟਸ ਵੈਰੀ ਕਾਮਨਲੀ ਅਵੇਲੇਬਲ, ਬਹੁਤ ਈਜ਼ੀ ਟੂ ਡੂ ਚੀਜ਼ ਹੈ। ਔਰ ਮੈਂ ਆਪਣੀ ਕਲੀਨਿਕ ਦੇ ਵਿੱਚ ਇੱਕ ਆਫਰ ਕਰਦਾ ਹਾਂ। ਜੀ ਹਰ ਦਵਾਈ ਦੇ ਪ੍ਰੋਜ਼ ਹੁੰਦੇ ਨੇ, ਕੌਨਸ ਹੁੰਦੇ ਨੇ, ਉਹਦੇ ਗੁਣ ਹੁੰਦੇ ਨੇ, ਔਗੁਣ ਹੁੰਦੇ ਨੇ। ਬਿਲਕੁਲ ਜੀ। ਔਰ ਆਈ ਵੁੱਡ ਨਾਰਮਲੀ ਸੇ ਕਿ ਅਗਰ ਫਿਜ਼ੀਓਥੈਰੇਪੀ ਜਾਂ ਦਵਾਈਆਂ ਨੇ ਅਸਰ ਕਰਨਾ ਜਿਹੜਾ ਹੈ ਉਹ ਬੰਦ ਕਰਤਾ ਹੈ ਜੀ ਤੇ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ, ਹਮ, ਉਹਨਾਂ ਲੋਕਾਂ ਵਾਸਤੇ ਜੁਆਇੰਟ ਇੰਜੈਕਸ਼ਨ ਦਾ ਇੱਕ ਤਰੀਕਾ ਹੈਗਾ ਤਾਂ ਕਿ ਉਹ ਆਪਣਾ ਆਪਰੇਸ਼ਨ ਕੁਝ ਸਾਲ ਤੱਕ ਡਿਲੇ ਕਰਨ। ਵੱਧ ਤੋਂ ਵੱਧ ਇਹਦਾ ਅਸਰ ਜਿਹੜਾ ਹੈਗਾ 6 ਮਹੀਨੇ ਤੱਕ ਰਹਿੰਦਾ ਹੈ, ਬਟ ਕੁਝ ਲੋਕਾਂ ਵਾਸਤੇ ਬਿਲਕੁਲ ਹੀ ਕੋਈ ਅਸਰ ਨਹੀਂ ਕਰਦਾ। ਸੋ ਨਾਰਮਲੀ ਮੇਰੀ ਸਲਾਹ ਹੁੰਦੀ ਹੈ ਕਿ ਤੁਸੀਂ ਇੱਕ ਟਰਾਈ ਕਰਕੇ ਦੇਖੋ, ਜੇ ਬਿਲਕੁਲ ਅਸਰ ਨਹੀਂ ਹੋਇਆ ਉਹਦਾ ਮਤਲਬ ਫਿਰ ਇਹ ਹੁੰਦਾ ਹੈ ਕਿ ਐਕਚੁਅਲੀ ਬੋਨ ਔਨ ਬੋਨ ਡਿਜ਼ੀਜ਼ ਹੋ ਗਿਆ ਹੈ, ਕਿ ਜੀ ਜਿਹੜੇ ਤੁਹਾਡੀਆਂ ਹੱਡੀਆਂ ਨੇ ਉਹ ਬਿਲਕੁਲ ਟੱਚ ਕਰ ਰਹੀਆਂ ਨੇ, ਵਿੱਚ ਕੁਝ ਜਿਹੜੀ ਹੈ ਜਿਹਨੂੰ ਅਸੀਂ ਇਨਫੋਰਮਲੀ ਗਰੀਸ ਕਹਿ ਦਿੰਦੇ ਆ ਜਾਂ ਸਾਈਨੋਵੀਅਲ ਫਲੂਇਡ ਕਹਿ ਦਿੰਦੇ ਆ, ਜੀ ਉਹ ਫਟ ਗਈ ਹੈ ਐਂਡ ਦੈਟਸ ਵਾਈ ਯੂ ਨੀਡ ਐਨ ਆਪਰੇਸ਼ਨ। ਠੀਕ ਹੈ, ਥੈਂਕ ਯੂ ਡਾਕਟਰ ਜੀ। ਸਾਡਾ ਅਗਲਾ ਸਵਾਲ ਤੁਹਾਡੇ ਕੋਲ ਮੇਰੇ ਜਾਏਗਾ ਕਿ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ। ਇਹ ਗਾਊਟ ਕਿਸ ਨੂੰ ਕਹਿੰਦੇ ਨੇ, ਕਿਉਂਕਿ ਤੇ ਇਹ ਹੁੰਦਾ ਕੀ ਹੈ, ਮਤਲਬ ਸਰੀਰ ਦੇ ਵਿੱਚ ਇਹਦੇ ਕੁਝ ਨਿਸ਼ਾਨੀਆਂ ਕਿਹੋ ਜਿਹੀਆਂ ਹੁੰਦੀਆਂ ਨੇ? ਸੋ ਬਹੁਤ ਵਧੀਆ ਸਵਾਲ ਹੈ ਚੰਦੀ ਜੀ, ਕਿ ਬੇਸਿਕਲੀ ਆਰਥਰਾਈਟਿਸ ਨੂੰ ਅਸੀਂ ਬੜਾ ਹਜੇ ਸਿੰਪਲ ਲੈ ਕੇ ਚੱਲ ਰਹੇ ਹਾਂ ਜੀ ਔਰ ਇਹਦੇ ਹੋਰ ਵੀ ਬੜੇ ਪੱਖ ਹੁੰਦੇ ਨੇ ਆਰਥਰਾਈਟਿਸ ਦੇ। ਸੋ ਡਿਫਰੈਂਟ ਟਾਈਪਸ ਆਫ ਆਰਥਰਾਈਟਿਸ ਹੁੰਦੇ ਨੇ। ਜੀ ਜਿਹੜੇ ਲੈਸ ਕਾਮਨ ਨੇ, ਹੁਣ ਜਿਸ ਤਰ੍ਹਾਂ ਗਾਊਟ ਹੋ ਗਿਆ, ਇੱਕ ਤਰ੍ਹਾਂ ਦਾ ਆਰਥਰਾਈਟਿਸ ਹੈ। ਰੂਮੇਟੋਇਡ ਆਰਥਰਾਈਟਿਸ ਹੋ ਗਿਆ, ਸੋਰਾਇਟਿਕ ਆਰਥਰੋਪੈਥੀ ਹੋ ਗਈ। ਸੋ ਕਾਫੀ ਤਰ੍ਹਾਂ ਦੇ ਆਰਥਰਾਈਟਿਸ ਹੈਗੇ ਨੇ ਜੀ ਔਰ ਗਾਊਟ ਜਿਹੜਾ ਹੈ ਇਟਸ ਵੈਰੀ ਇੰਟਰਸਟਿੰਗ। ਇਹ ਪੁਰਾਣੇ ਜ਼ਮਾਨੇ 'ਚ ਇਹਨੂੰ ਕਿਹਾ ਜਾਂਦਾ ਸੀ ਇਹ ਅਮੀਰਾਂ ਦੀ ਬਿਮਾਰੀ ਹੈ। ਸੋ ਕਿਉਂਕਿ ਇਹ ਲਿੰਕਡ ਸੀਗੀ ਵਿਦ ਯੂਰਿਕ ਐਸਿਡ। ਜੀ ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਾਡਾ ਯੂਰਿਕ ਐਸਿਡ ਜਿਹੜਾ ਹੈ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਔਰ ਉਹਦੇ ਜਿਹੜੇ ਛੋਟੇ ਛੋਟੇ ਫਿਰ ਜਦੋਂ ਕ੍ਰਿਸਟਲਸ ਜਿਹੜੇ ਨੇ ਉਹ ਜੰਮ ਜਾਂਦੇ ਨੇ ਸਾਡੇ ਜੋੜਾਂ ਦੇ ਵਿੱਚ, ਉਹ ਬਹੁਤ ਜ਼ਿਆਦਾ ਦਰਦ ਕਰਦੇ ਨੇ, ਬਹੁਤ ਜ਼ਿਆਦਾ ਤੰਗੀ ਰਹਿੰਦੇ ਨੇ। ਸੋ ਇਹਦੇ ਵਿੱਚ ਜਿਹੜਾ ਯੂਰਿਕ ਐਸਿਡ ਦਾ ਰੋਲ ਹੈ ਉਹ ਕਾਫੀ ਇੰਪੋਰਟੈਂਟ ਹੈ, ਉਹਨੂੰ ਘਟਾਉਣ ਦੀ ਜਿਹੜੀ ਇੰਪੋਰਟੈਂਸ ਹੁੰਦੀ ਹੈ। ਅਮੀਰਾਂ ਦੀ ਬਿਮਾਰੀ ਇਸ ਕਰਕੇ ਸੀ ਕਿ ਪੁਰਾਣੇ ਜ਼ਮਾਨੇ 'ਚ ਇਸ ਦੇਸ਼ ਦੇ ਵਿੱਚ ਜਿਹੜੇ ਪਹਿਲਾਂ ਜੀ ਸੀਗੇ ਵਾਈਨ ਵਗੈਰਾ ਜ਼ਿਆਦਾ ਪੀਂਦੇ ਸੀਗੇ, ਜਿਹੜਾ ਰੈੱਡ ਮੀਟ ਮਾਸ ਵਗੈਰਾ ਜ਼ਿਆਦਾ ਖਾਂਦੇ ਸੀ। ਇਹਨਾਂ ਚੀਜ਼ਾਂ ਦੇ ਨਾਲ ਗਾਊਟ ਜਿਹੜੀ ਹੈ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੁੰਦੀ ਹੈ। ਸੋ ਇਸ ਕਰਕੇ ਨੈਚੁਰਲੀ ਇਹਨਾਂ ਚੀਜ਼ਾਂ ਨੂੰ ਅਵੋਇਡ ਕੀਤਾ ਜਾਏ ਗਾਊਟ ਦੇ ਮਤਲਬ ਵਿੱਚ। ਤੁਹਾਡੇ ਕਹਿਣ ਦਾ ਮਤਲਬ ਕਿ ਅਲਕੋਹਲ ਤੇ ਵਾਈਨ, ਸ਼ਰਾਬ ਇਹ ਸਰੀਰ ਵਾਸਤੇ ਬਿਲਕੁਲ ਹਾਨੀਕਾਰਕ ਹੈ, ਇਹਦਾ ਸੇਵਨ ਨਹੀਂ ਕਰਨਾ ਚਾਹੀਦਾ। ਜੀ ਜੀ ਬਿਲਕੁਲ, ਔਰ ਸਪੈਸ਼ਲੀ ਜਿਹੜਾ ਗਾਊਟ ਦਾ ਮਰੀਜ਼ ਹੈ ਉਹਦੇ ਵਾਸਤੇ ਤੇ ਬਿਲਕੁਲ ਹੀ ਇਹ ਚੀਜ਼ ਜਿਹੜੀ ਹੈ ਅੱਗੇ ਉਸ ਗਾਊਟ ਨੂੰ ਵਧਾਏਗੀ। ਔਰ ਪ੍ਰੋਬਲਮ ਇਹ ਹੈ ਕਿ ਐਕਚੁਅਲੀ ਗਾਊਟ ਨੂੰ ਅਸੀਂ ਹਾਂਜੀ ਮੇਨਲੀ ਜੋੜਾਂ ਦੀ ਪ੍ਰੋਬਲਮ ਕਹਿੰਦੇ ਆ, ਬਟ ਉਹ ਜਿਹੜੇ ਕ੍ਰਿਸਟਲਸ ਨੇ ਉਹ ਬੋਡੀ ਦੇ ਹੋਰ ਜਗ੍ਹਾ ਜਾ ਕੇ ਵੀ ਸਾਨੂੰ ਹਾਨੀਕਾਰਕ ਪ੍ਰੋਬਲਮਸ ਦਿੰਦੇ ਨੇ। ਸੋ ਅਗਰ ਉਹ ਕਿਡਨੀਜ਼ ਦੇ ਵਿੱਚ ਚਲੇ ਜਾਣ, ਸਾਡੀਆਂ ਕਿਡਨੀਜ਼ ਉਹ ਬਲੌਕ ਕਰ ਸਕਦੇ ਨੇ, ਵਿੱਚ ਕਿਡਨੀ ਸਟੋਨਸ ਕਰ ਸਕਦੇ ਨੇ। ਹਾਰਟ ਦੇ ਵਿੱਚ ਚਲੇ ਜਾਣ ਤੇ ਹਾਰਟ ਤੇ ਵੀ ਬੁਰਾ ਅਸਰ ਕਰਦੇ ਨੇ। ਸੋ ਇਹਦੇ ਵਿੱਚ ਸਾਡਾ ਯੂਰਿਕ ਐਸਿਡ ਜਿਹੜਾ ਉਹ ਘਟਾਉਣ ਦੀ ਜ਼ਰੂਰਤ ਪੈਂਦੀ ਹੈ। ਨੈਚੁਰਲੀ ਕਈ ਵਾਰੀ ਜਿਹੜੀਆਂ ਗ੍ਰੀਨਸ ਜਿਹੜੇ ਸਾਡੇ ਵੈਜੀਟੇਰੀਅਨ ਲੋਕ ਨੇ ਕਈ ਵਾਰੀ ਸਾਗ ਜਾਂ ਬਹੁਤ ਜ਼ਿਆਦਾ ਗ੍ਰੀਨ ਚੀਜ਼ਾਂ ਵੀ ਉਹਦੇ ਨਾਲ ਯੂਰਿਕ ਐਸਿਡ ਵੱਧਦਾ ਹੈ। ਸੋ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਇਹ ਚੀਜ਼ਾਂ ਅਵੋਇਡ ਕਰੋ
ਔਰ ਇਵੈਂਚੁਅਲੀ ਅਗਰ ਤੁਹਾਨੂੰ 2 ਗਾਊਟ ਅਟੈਕਸ ਸਾਲ ਦੇ ਵਿੱਚ ਹੋਏ ਨੇ, ਫਿਰ ਤੁਹਾਨੂੰ ਆਪਣੇ ਡਾਕਟਰ ਨੂੰ ਕੰਟੈਕਟ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਦਵਾਈ ਬਾਰੇ ਸਲਾਹ ਮਸ਼ਵਰਾ ਕਰ ਸਕੇ। ਮਤਲਬ ਕਿ ਹਰੀਆਂ ਚੀਜ਼ਾਂ ਬਿਲਕੁਲ ਵੀ ਜਿਨ੍ਹਾਂ ਨੂੰ ਗਾਊਟ ਦੀ ਤਕਲੀਫ ਹੋਏ ਉਹਨਾਂ ਨੂੰ ਨਹੀਂ ਖਾਣੀ ਚਾਹੀਦੀ। ਜਿਹੜੇ ਬਿਲਕੁਲ ਵੀ ਵੈਜੀਟੇਰੀਅਨ ਨੇ ਤੇ ਉਹ ਕੁਝ ਖਾਂਦੇ ਨਹੀਂ, ਫਿਰ ਉਹ ਕੀ ਕਰਨਗੇ? ਇਹਦੀ ਤਾਂ ਤੁਹਾਡਾ ਮਸਲਾ ਉਹਨਾਂ ਵਾਸਤੇ ਆ ਜਾਏਗਾ ਨਾ। ਹਾਂਜੀ, ਜਿਹੜੀਆਂ ਆਈ ਮੀਨ ਐਸੈਂਸ਼ੀਅਲੀ ਜਿਹੜੀਆਂ ਜ਼ਿਆਦਾ ਡਾਰਕ ਗ੍ਰੀਨ ਚੀਜ਼ਾਂ ਨੇ, ਜਿਸ ਤਰ੍ਹਾਂ ਸਪਿਨਚ ਹੋ ਗਿਆ, ਇਹਨਾਂ ਦੇ ਵਿੱਚ ਇਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਬਟ ਅਦਰ ਥਿੰਗਸ ਲਾਈਕ ਗ੍ਰੀਨ ਬੀਨਸ ਵਗੈਰਾ ਇਹ ਬਿਲਕੁਲ ਠੀਕ ਨੇ। ਸੋ ਇਟਸ ਨੋਟ ਟੂ ਸੇ ਕਿ ਐਵਰੀ ਗ੍ਰੀਨ ਚੀਜ਼ ਜਿਹੜੀ ਹੈ ਤੁਹਾਡੇ ਵਾਸਤੇ ਠੀਕ ਨਹੀਂ ਹੈ, ਬਟ ਜਿਹੜੀਆਂ ਯੂਰਿਕ ਐਸਿਡ ਰਿਚ ਨੇ ਜਿਹੜੀਆਂ ਚੀਜ਼ਾਂ, ਉਹਨਾਂ ਦਾ ਸੇਵਨ ਜਿਹੜਾ ਨਹੀਂ ਕਰਨਾ ਚਾਹੀਦਾ। ਫਿਰ ਕਿਹੜੀ ਮਤਲਬ ਕਿ ਜਿਸ ਤਰ੍ਹਾਂ ਫਲ ਫਰੂਟ ਵਿੱਚ ਵੀ ਜਿੱਦਾਂ ਕਿ ਕਈ ਵਾਰੀ ਕਿਹਾ ਜਾਂਦਾ ਪਾਈਨਐਪਲ ਖਾਓ, ਪਾਈਨਐਪਲ ਜੋੜਾਂ ਦੇ ਦਰਦ ਵਾਸਤੇ ਠੀਕ ਹੈ ਜਾਂ ਨਹੀਂ? ਸੋ ਡਿਫਰੈਂਟ ਫਰੂਟਸ ਦੇ ਵਿੱਚ ਡਿਫਰੈਂਟ ਵਿਟਾਮਿਨਸ ਹੁੰਦੇ ਨੇ, ਔਰ ਹਰ ਚੀਜ਼ ਜਿਹੜੀ ਹੈ ਅਸੀਂ ਉਹਨੂੰ ਵਿਦਿਨ ਮੋਡਰੇਸ਼ਨ ਲੈ ਕੇ ਚੱਲੀਏ। ਅਗਰ ਅਸੀਂ ਪਾਈਨਐਪਲਸ ਇਹ ਸਮਝ ਕੇ ਖਾਵਾਂਗੇ ਕਿ ਇਹ ਕਿਸੇ ਤਰ੍ਹਾਂ ਦੀ ਦਵਾਈ ਹੈ, ਔਰ ਪਾਈਨਐਪਲਸ ਹੀ ਖਾਈ ਜਾਣਾ, ਉਹ ਵੀ ਠੀਕ ਨਹੀਂ ਹੈ। ਹਾਂ, ਪਾਈਨਐਪਲਸ ਨੂੰ ਆਪਣੀ ਡਾਇਟ ਦੇ ਵਿੱਚ ਇਨਕੋਪਰੇਟ ਕਰੋ ਤਾਂ ਕਿ ਇੱਕ ਅੱਧੀ ਵਾਰੀ ਹਫ਼ਤੇ ਵਿੱਚ ਖਾਧਾ, ਤਾਂ ਕਿ ਜੋ ਜਿਹੜੀਆਂ ਉਹਦੇ ਵਿੱਚੋਂ ਜਿਹੜੀਆਂ ਅਸਰਦਾਇਕ ਚੀਜ਼ਾਂ ਨੇ ਉਹ ਤੁਹਾਡੀ ਬੋਡੀ ਦੇ ਵਿੱਚ ਜਾਣ। ਬਟ ਆਪਣੀ ਡਾਇਟ ਨੂੰ ਅਸੀਂ ਬੈਲੈਂਸਡ ਰੱਖਣਾ ਹੈ ਤਾਂ ਕਿ ਸਾਰੀਆਂ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਸਾਡੀ ਬੋਡੀ ਦੇ ਵਿੱਚ ਜਾਣ। ਕਈ ਵਾਰੀ ਕਿਹਾ ਜਾਂਦਾ ਕਿ ਤੇਲ ਵਾਲੀਆਂ ਚੀਜ਼ਾਂ ਨਾ ਖਾਓ, ਤੇਲ ਵਾਲੀਆਂ ਚੀਜ਼ਾਂ ਦੇ ਨਾਲ ਵੀ ਸਰੀਰ ਮੋਟਾ ਹੁੰਦਾ ਫਲਦਾ, ਤੇ ਤਲੀਆਂ ਚੀਜ਼ਾਂ ਜਾਂ ਮਤਲਬ ਡਾਇਟ ਦੇ ਵਿੱਚ ਤੁਸੀਂ ਯੂਜ਼ ਨਾ ਕਰੋ। ਕੀ ਉਹਦੇ ਨਾਲ ਵੀ ਜੋੜਾਂ ਦੀ ਤਕਲੀਫ ਜਾਂ ਆਰਥਰਾਈਟਿਸ ਦੀ ਕੋਈ ਪ੍ਰੋਬਲਮ ਹੁੰਦੀਆਂ ਨੇ ਜਾਂ ਨਹੀਂ? ਜੀ ਬਿਲਕੁਲ, ਇਹ ਬੜਾ ਇੰਪੋਰਟੈਂਟ ਤੁਸੀਂ ਕੁਐਸਚਨ ਪੁੱਛਿਆ। ਕਈ ਵਾਰੀ ਮਿਸਕਨਸੈਪਸ਼ਨ ਮੈਂ ਵੀ ਦੇਖੀ ਹੈ ਕਿ ਗਰੀਸ ਦੀ ਗੱਲ ਹੁੰਦੀ ਹੈ ਜੁਆਇੰਟਸ ਦੇ ਵਿੱਚ, ਔਰ ਲੋਕ ਸਮਝਦੇ ਨੇ ਅਗਰ ਤੇਲ ਵਾਲੀਆਂ ਚੀਜ਼ਾਂ ਖਾਵਾਂਗੇ ਤੇ ਉਹ ਗਰੀਸ ਜਿਹੜੀ ਵਧੇਗੀ ਜੁਆਇੰਟਸ ਦੇ ਵਿੱਚ, ਆਲਮੋਸਟ ਲਾਈਕ ਇਨ ਜੋ ਕਿ ਬਿਲਕੁਲ ਸਹੀ ਨਹੀਂ ਹੈ। ਐਕਚੁਅਲੀ ਤੇਲ ਦੇ ਨਾਲ ਕਿਉਂਕਿ ਮੋਟਾਪਾ ਵੱਧਦਾ ਹੈ, ਔਰ ਮੋਟਾਪੇ ਦੇ ਨਾਲ ਸਾਡੇ ਜੋੜਾਂ ਤੇ ਜ਼ਿਆਦਾ ਜਿਹੜਾ ਫੋਰਸ ਪੈਂਦੀ ਹੈ, ਪ੍ਰੈਸ਼ਰ ਪੈਂਦਾ ਹੈ। ਤੁਹਾਨੂੰ ਹੈਰਾਨੀ ਹੋਏਗੀ ਸੁਣ ਕੇ ਕਿ ਜਿਹੜੇ ਸਾਡੇ ਗੋਡੇ ਨੇ, ਜਿਹੜੇ ਸਾਡੇ ਨੀਜ਼ ਨੇ, ਇਹਨਾਂ ਦੇ ਵਿੱਚੋਂ ਜਿੰਨਾ ਸਾਡਾ ਨਾਰਮਲੀ ਭਾਰ ਹੁੰਦਾ ਹੈ ਨਾ ਜੀ, ਉਹ ਭਾਰ ਨੂੰ ਅਗਰ ਅਸੀਂ 4 ਗੁਣਾ ਕਰ ਦਈਏ, 4 ਟਾਈਮਸ ਜਿਹੜੀ ਫੋਰਸ ਹੈ ਸਾਡੇ ਗੋਡਿਆਂ ਦੇ ਵਿੱਚੋਂ ਜਾ ਰਹੀ ਹੈ। ਹੁਣ ਤੁਸੀਂ ਆਮ ਬੰਦੇ ਨੂੰ ਚੁੱਕ ਕੇ ਦਿਖਾ ਦਿਓ, ਇੰਨਾ ਭਾਰਾ ਹੁੰਦਾ, ਔਰ 4 ਟਾਈਮਸ ਦੈਟ ਫੋਰਸ ਜਿਹੜੀ ਹੈ ਵਿਚਾਰੇ ਗੋਡਿਆਂ ਦੇ ਵਿੱਚੋਂ ਜਾ ਰਹੀ ਹੈ। ਸੋ ਯੂ ਕੈਨ ਸੀ ਕਿ ਵਾਈ ਜਿਤਨਾ ਟਾਈਮ ਦੇ ਨਾਲ ਅਸੀਂ ਜਿਤਨਾ ਤੁਸੀਂ ਆਪਣੇ ਇੰਟਰੋਡਕਸ਼ਨ ਵਿੱਚ ਵੀ ਕਿਹਾ ਕਿ 30-40 ਸਾਲ ਤੱਕ ਬੰਦਾ ਠੀਕ ਰਹਿੰਦਾ, ਉਸ ਤੋਂ ਬਾਅਦ ਜੀ ਬਿਲਕੁਲ ਜਿਸ ਤਰ੍ਹਾਂ ਉਮਰ ਜਿੰਨਾ ਤੁਸੀਂ ਭਾਰ ਕਿਸੇ ਚੀਜ਼ ਤੇ ਰੱਖੀ ਜਾਓਗੇ, ਉਹ ਉਸੇ ਤਰ੍ਹਾਂ ਉਹਦੇ ਨਾਲ ਸਕਮ ਹੋਈ ਜਾਏਗੀ, ਉਹਦੇ ਨਾਲ ਅਸਰਦਾਰ ਹੋਏਗੀ। ਬਿਲਕੁਲ। ਸੋ ਸਰੋਤਿਓ, ਦਰਸ਼ਕੋ, ਇਹਦਾ ਮਤਲਬ ਇਹ ਹੈਗਾ ਕਿ ਬੋਡੀ ਪਰਮਾਤਮਾ ਨੇ ਬਣਾ ਕੇ ਤੁਹਾਨੂੰ ਇੱਕ ਵਧੀਆ ਢਾਂਚਾ ਦਿੱਤਾ ਹੈਗਾ। ਇਹਦੇ ਹਰ ਇੱਕ ਪਾਰਟ ਦੀ ਕੀਮਤ ਬੜੀ ਅਨਮੋਲ ਹੁੰਦੀ। ਜਿਵੇਂ ਅੱਜ ਦੇ ਸਮੇਂ 'ਚ ਸਵਾਸਾਂ ਦੀ ਕੀਮਤ ਬੜੀ ਅਨਮੋਲ ਹੈ। ਹਰ ਕੋਈ ਸਵਾਸ ਲੈਣ ਵਾਸਤੇ, ਇੱਕ ਸਾਹ ਲੈਣ ਵਾਸਤੇ ਕਈ ਹਜ਼ਾਰ ਰੁਪਏ ਖਰਚੇ ਜਾਂਦੇ ਨੇ। ਗੋਡੇ ਕੀਮਤੀ ਨੇ, ਤੇ ਸਾਨੂੰ ਆਪਣੀ ਹਰ ਇੱਕ ਬੋਡੀ ਦੇ ਹਰ ਇੱਕ ਪਾਰਟ ਤੇ ਕਿਵੇਂ ਵਰਤਣਾ ਹੈ ਕਿ ਜਿਵੇਂ ਇੱਕ ਛੋਟਾ ਜਿਹਾ ਨਿਆਣਾ ਜੰਮਦਾ ਨਾ ਤਾਂ ਅਸੀਂ ਉਹਨੂੰ ਰੋਜ਼ ਪੰਪਰ ਕਰਦੇ ਹਾਂ, ਪਿਆਰ ਕਰਦੇ ਹਾਂ। ਮੈਨੂੰ ਲੱਗਦਾ ਡਾਕਟਰ ਸਾਹਿਬ ਸਾਨੂੰ ਆਪਣੇ ਬੋਡੀ ਦੇ ਪਾਰਟਾਂ ਨੂੰ ਇਵੇਂ ਹੀ ਲਾਡ ਦੇਣਾ ਪਏਗਾ ਤੇ ਪਿਆਰ ਕਰਨਾ ਪਏਗਾ ਕਿ ਸਾਡੇ ਨਾਲ ਜਿੰਨੀ ਦੇਰ ਤੱਕ ਆਪਾਂ ਜੀਂਦੇ ਆਪਣੇ ਆਪਣੇ ਹੱਥਾਂ ਪੈਰਾਂ ਤੇ ਚੰਗੀ ਤਰ੍ਹਾਂ ਤੁਰ ਫਿਰ ਸਕੀਏ। ਠੀਕ ਹੈ ਡਾਕਟਰ ਸਾਹਿਬ, ਏਦਾਂ ਹੀ? ਬਿਲਕੁਲ ਜੀ, ਇੰਗਲਿਸ਼ ਦੇ ਵਿੱਚ ਕਹਾਵਤ ਹੈਗੀ ਹੈ, ਯੋਰ ਬੋਡੀ ਇਜ਼ ਯੋਰ ਟੈਂਪਲ। ਸੋ ਇਹ ਸਾਡਾ ਇੱਕ ਤਰ੍ਹਾਂ ਦਾ ਦੁਆਰਾ ਹੈ। ਬਿਲਕੁਲ ਜੀ, ਬਿਲਕੁਲ। ਸੋ ਅਗਰ ਅਸੀਂ ਖੁਦ ਨਹੀਂ ਇਹਦਾ ਖਿਆਲ ਰੱਖਾਂਗੇ ਤੇ ਹੋਰ ਕਿਸੇ ਨੇ ਵੀ ਇਸ ਤੇ ਕੋਈ ਨਜ਼ਰ ਅੰਦਾਜ਼ ਨਹੀਂ ਹੈ। ਸੋ ਅਸੀਂ ਇਹਦਾ ਧਿਆਨ ਰੱਖੀਏ ਬੋਡੀ ਦਾ, ਔਰ ਇਹਨੂੰ ਜਿਹੜਾ ਐਕਟਿਵ ਰੱਖੀਏ। ਸੋ ਡਾਕਟਰ ਸਾਹਿਬ, ਮੇਰਾ ਇੱਕ ਗੱਲ ਹੋਰ ਪੁੱਛਣੀ ਤੁਹਾਨੂੰ ਕਿ ਇਹ ਜਿਹੜਾ ਹੁਣ ਤੁਸੀਂ ਦੱਸ ਰਹੇ ਸੀ ਰੋਇਮਾਟਾਇਡ, ਇਹ ਵੀ ਮਤਲਬ ਗਾਊਟ ਦੇ ਨਾਲ ਸੇਮ ਚੀਜ਼ ਹੁੰਦੀ ਜਾਂ ਇਹਦੇ ਵਿੱਚ ਕੁਝ ਫਰਕ ਹੁੰਦਾ ਹੈ? ਹਾਂਜੀ, ਇਹ ਥੋੜੀ ਫਰਕ ਵਾਲੀ ਬਿਮਾਰੀ ਹੈ। ਇਹਨੂੰ ਅਸੀਂ ਇਨਫਲੈਮੇਟਰੀ ਆਰਥਰਾਈਟਿਸ ਵੀ ਕਹਿੰਦੇ ਹਾਂ। ਸੋ ਇਹਦੇ ਵਿੱਚ ਅਨਫੋਰਚੂਨੇਟਲੀ ਸਾਡੀ ਬੋਡੀ ਜਿਹੜੀ ਹੈ ਕੁਝ ਆਪਣੇ ਆਪ ਨੂੰ ਅਟੈਕ ਕਰਨਾ ਸ਼ੁਰੂ ਕਰ ਦਿੰਦੀ ਹੈ ਜੁਆਇੰਟਸ ਨੂੰ।
ਸੋ ਇੱਕ ਤਰ੍ਹਾਂ ਦੀ ਇਹ ਬਿਮਾਰੀ ਹੈ ਕਿ ਇਹ ਬਹੁਤ ਜਲਦੀ ਜਿਹੜੀ ਹੈ ਜੁਆਇੰਟਸ ਨੂੰ ਖਾ ਜਾਂਦੀ ਹੈ, ਔਰ ਇੱਥੇ ਕਾਬੂ ਪਾਉਣਾ ਬਹੁਤ ਅਰਲੀ ਜਿਹੜਾ ਹੈ ਬਹੁਤ ਜ਼ਰੂਰੀ ਹੈ। ਸੋ ਇਹਦੇ ਅਹਿਮ ਸਾਈਨਸ ਹੁੰਦੇ ਨੇ ਸਟਿਫਨੈਸ, ਜਿਸ ਤਰ੍ਹਾਂ ਜਿਹੜੇ ਤੁਹਾਡੇ ਗੋਡੇ ਨੇ ਜੁੜ ਜਾਣੇ, ਔਰ ਕਾਫੀ ਕਾਮਨਲੀ ਸਵੇਰੇ ਉੱਠਦਿਆਂ ਸਾਰ ਹੀ ਜਿਹੜੇ ਨੇ ਗੋਡੇ ਜਾਂ ਤੁਹਾਡੇ ਕੋਈ ਵੀ ਜੁਆਇੰਟਸ ਹੱਥਾਂ ਦੇ ਹੋ ਗਏ, ਮੋਢਿਆਂ ਦੇ ਹੋ ਗਏ, ਇਹ ਕਾਫੀ ਸਟਿਫ ਫੀਲ ਹੁੰਦੇ ਨੇ, ਔਰ ਅੱਧੇ ਘੰਟੇ ਤੋਂ ਜ਼ਿਆਦਾ ਤੁਹਾਨੂੰ ਘੰਟਾ ਕਈ ਵੀ ਲੱਗ ਜਾਂਦਾ ਇਹਨਾਂ ਨੂੰ ਚਲਾਉਣ ਵਾਸਤੇ। ਔਰ ਕਾਮਨਲੀ ਸਾਡੇ ਮਰੀਜ਼ ਰੂਮੇਟੋਇਡ ਆਰਥਰਾਈਟਿਸ ਵਾਲੇ ਦੱਸਦੇ ਨੇ ਕਿ ਜਿਸ ਤਰ੍ਹਾਂ ਦਿਨ ਨਿਕਲਦਾ ਜਾਂਦਾ ਹੈ ਸਾਡੇ ਜੁਆਇੰਟਸ ਹੋਰ ਈਜ਼ੀ ਹੋ ਜਾਂਦੇ ਨੇ ਜੀ। ਔਰ ਅਗਰ ਇਸ ਤਰ੍ਹਾਂ ਦੀ ਇਸ਼ੂ ਕਿਸੇ ਨਾਲ ਵੀ ਸ਼ੁਰੂ ਹੋ ਰਹੀ ਹੈ, ਮੇਰੀ ਦਰਖਾਸਤ ਹੋਏਗੀ ਕਿ ਤੁਸੀਂ ਡਾਕਟਰ ਨਾਲ ਇੱਕਦਮ ਗੱਲ ਕਰੋ, ਕਿਉਂਕਿ ਇਸ ਬਿਮਾਰੀ ਤੇ ਜਦੋਂ ਜਲਦੀ ਕਾਬੂ ਪਾਇਆ ਜਾਏ ਤੇ ਅਸੀਂ ਆਪਣੇ ਜੋੜਾਂ ਨੂੰ ਉਹ ਪ੍ਰੀਜ਼ਰਵ ਕਰ ਸਕਦੇ ਹਾਂ। ਕਈ ਵਾਰ ਕੀ ਹੋਇਆ ਹੈ ਕਿ ਲੋਕ ਖੁਦ ਟਰਾਈ ਕਰਦੇ ਨੇ ਟਰੀਟ ਕਰਨ ਦਾ, ਜਾਂ ਨੌਨ ਮੈਡੀਕਲ ਤਰੀਕੇ ਯੂਜ਼ ਕਰਦੇ ਨੇ। ਯੈਸ, ਸਾਨੂੰ ਕਰਨੇ ਚਾਹੀਦੀਆਂ ਇਹ ਚੀਜ਼ਾਂ, ਜਿਸ ਤਰ੍ਹਾਂ ਕਿ ਅਸੀਂ ਹੁਣੇ ਲੰਬੀ ਗੱਲ ਕਰਕੇ ਹਟੇ ਹਾਂ ਕਿ ਅਸੀਂ ਆਪਣੇ ਬੋਡੀ ਦੇ ਆਪ ਜ਼ਿੰਮੇਵਾਰੀ ਲੈਣੀ ਹੈ। ਬਟ ਰੂਮੇਟੋਇਡ ਆਰਥਰਾਈਟਿਸ ਇੱਕ ਇਸ ਤਰ੍ਹਾਂ ਦੀ ਇਸ਼ੂ ਹੈ ਜਿੱਥੇ ਅਗਰ ਤੁਹਾਨੂੰ ਇਹ ਸਟਿਫਨੈਸ ਆ ਰਹੀ ਹੈ, ਸਵੇਰੇ ਜ਼ਿਆਦਾ ਰਹਿੰਦੀ ਹੈ, ਇੱਕਦਮ ਤੁਸੀਂ ਆਪਣੇ ਡਾਕਟਰ ਨਾਲ ਕੰਟੈਕਟ ਕਰੋ, ਕਿਉਂਕਿ ਉਦੋਂ ਦਵਾਈ ਦੀ ਜਿਹੜੀ ਹੈ ਸਖਤ ਜ਼ਰੂਰਤ ਅਰਲੀ ਲੋੜ ਪੈਂਦੀ ਹੈ। ਸੋ ਅਸੀਂ ਦੱਸਦੇ ਸਟਿਫਨੈਸ ਕਿ ਜਦੋਂ ਤੁਹਾਡੇ ਜੋੜ ਅਕੜੇ ਹੋਣ, ਬਿਲਕੁਲ ਹਿੱਲਣ ਜੋਗਣ ਨਾ, ਕੜਿਚ ਕੜਿਚ ਦੀ ਆਵਾਜ਼ ਆਵੇ, ਉਸ ਵੇਲੇ ਤੁਸੀਂ ਫਟਾਫਟ ਆਪਣੇ ਡਾਕਟਰ ਦੇ ਨਾਲ ਗੱਲ ਕਰ ਲਿਆ ਕਰੋ। ਸੋ ਡਾਕਟਰ ਸਾਹਿਬ, ਮੈਂ ਇੱਥੇ ਇੱਕ ਹੋਰ ਤੁਹਾਨੂੰ ਗੱਲ ਪੁੱਛਣਾ ਚਾਹਾਂਗੀ ਕਿ ਕਈ ਵਾਰੀ ਲੋਕਾਂ ਦੇ ਹੱਥ ਆਪਾਂ ਵੇਖਦੇ ਹਾਂ, ਉਹਨਾਂ ਦੇ ਹੱਥ ਟੇਢੇ ਹੋ ਜਾਂਦੇ ਨੇ, ਉਂਗਲਾਂ ਨਹੀਂ ਖੁੱਲਦੀਆਂ ਨੇ, ਜਾਂ ਇੱਥੇ ਸਾਰੀਆਂ ਹੱਡੀਆਂ ਬਾਹਰ ਆ ਜਾਂਦੀਆਂ ਨੇ। ਉਹਦਾ ਕੀ ਕਾਰਨ ਹੈਗਾ ਕਿ ਇਹ ਕਿਉਂ ਹੁੰਦੇ ਨੇ, ਜਾਂ ਹੈਗੀ ਹੈ? ਹਾਂਜੀ, ਸੋ ਇਸੈਂਸ਼ਲੀ ਡਿਪੈਂਡਿੰਗ ਔਨ ਕਿਸ ਤਰ੍ਹਾਂ ਦਾ ਆਰਥਰਾਈਟਿਸ ਹੈ। ਹੁਣ ਅਸੀਂ ਰੂਮੇਟੋਇਡ ਆਰਥਰਾਈਟਿਸ ਦੀ ਗੱਲ ਕੀਤੀ ਹੈ। ਬੇਸਿਕਲੀ ਤੁਹਾਡੇ ਜੁਆਇੰਟਸ ਜਿਹੜੇ ਨੇ ਉਹ ਇਹ ਬਿਮਾਰੀ ਖਾ ਰਹੀ ਹੈ ਆਰਥਰਾਈਟਿਸ, ਤੇ ਉਹ ਫਿਰ ਜਦੋਂ ਖਾਂਦੀ ਹੈ ਤੇ ਜਦੋਂ ਉਹ ਏਰੀਆ ਦਾ ਰਿਪੇਅਰ ਹੁੰਦਾ ਹੈ ਜੀ, ਅਨਫੋਰਚੂਨੇਟਲੀ ਉਹ ਫਿਰ ਹੱਡੀ ਦੇ ਨਾਲ ਰਿਪੇਅਰ ਹੁੰਦਾ ਹੈ। ਸੋ ਇਸ ਕਰਕੇ ਜਦੋਂ ਹੱਡੀ ਦੀ ਗਰੋਥ ਹੁੰਦੀ ਹੈ, ਜਿਹੜੀ ਬੋਨ ਦੀ ਗਰੋਥ ਹੁੰਦੀ ਹੈ, ਉਹ ਸਾਨੂੰ ਫਿਰ ਦੇਖਣ ਨੂੰ ਲੱਗਦੀ ਹੈ ਕਿ ਇਹ ਬੜੀ ਔਡ ਤਰ੍ਹਾਂ ਦੀ ਹੈ ਜੀ। ਔਰ ਨਾਰਮਲੀ ਜਿਹੜੇ ਸਾਡੇ ਆਸਟੀਓਆਰਥਰਾਈਟਿਸ ਵਾਲੇ ਮਰੀਜ਼ ਹੁੰਦੇ ਨੇ, ਉਹਨਾਂ ਦੇ ਜਿਹੜੇ ਬਾਹਰਲੇ ਜੁਆਇੰਟਸ ਹੁੰਦੇ ਨੇ ਉੱਪਰਲੇ, ਇਹ ਅਫੈਕਟਡ ਹੁੰਦੇ ਨੇ। ਜਿਹੜੇ ਰੂਮੇਟੋਇਡ ਆਰਥਰਾਈਟਿਸ ਵਾਲੇ ਨੇ, ਉਹਨਾਂ ਦੇ ਨਾਰਮਲੀ ਇਹ ਵਾਲੇ ਜੁਆਇੰਟਸ, ਜਿਨ੍ਹਾਂ ਨੂੰ ਅਸੀਂ MCP ਜੁਆਇੰਟਸ ਕਹਿੰਦੇ ਆ, ਇਹ ਅਫੈਕਟ ਹੁੰਦੇ ਨੇ। ਸੋ ਬੜੀ ਵਾਰੀ ਇਹ ਚੀਜ਼ਾਂ ਵੀ ਸਾਨੂੰ ਡਾਕਟਰਾਂ ਵਾਸਤੇ ਇੰਪੋਰਟੈਂਟ ਹੁੰਦੀਆਂ ਨੇ ਕਿ ਕਿਹੜੇ ਜੁਆਇੰਟਸ ਅਫੈਕਟਡ ਨੇ, ਤਾਂ ਕਿ ਅਸੀਂ ਉਸ ਬਿਮਾਰੀ ਦੇ ਨਾਲ ਅਸੀਂ ਲਿੰਕ ਕਰ ਸਕੀਏ ਕਿ ਹਾਂ, ਇਹ ਤੇ ਰੂਮੇਟੋਇਡ ਵਾਲੀ ਇਸ਼ੂ ਦੇ ਨਾਲ ਜੁਆਇੰਟਸ ਇਨਵੋਲਵਡ ਨੇ। ਸੋ ਉਹ ਬੋਨ ਗਰੋਥ ਦਾ ਕਰਕੇ ਜਿਹੜੇ ਆ ਸਾਡੇ ਜੁਆਇੰਟਸ ਜਿਹੜੇ ਨੇ ਉਹ ਖਰਾਬ ਹੁੰਦੇ ਨੇ। ਸੋ ਮਤਲਬ ਇਹਦਾ ਮਤਲਬ ਕਿ ਆਹਿਸਤਾ ਆਹਿਸਤਾ ਜਦੋਂ ਖਰਾਬ ਹੋ ਜਾਣਗੇ ਤਾਂ ਫਿਰ ਇੱਕ ਜਿਹੜੀ ਅੰਦਰ ਦੀ ਮਸਲ ਦੀ ਪ੍ਰੋਬਲਮ ਹੁੰਦੀ ਹੈ, ਉਹ ਵੀ ਉਹਦੇ ਨਾਲ ਇਸ਼ੂ ਸ਼ੁਰੂ ਹੋ ਜਾਂਦੇ ਨੇ, ਤੇ ਫਿਰ ਕੁਝ ਸਮਾਂ ਪਾ ਕੇ ਇਹ ਬਿਲਕੁਲ ਵੀ ਕੰਮ ਨਹੀਂ ਕਰਨਗੇ। ਮਤਲਬ ਅਸੀਂ ਕਿਸੇ ਜੋਗੇ ਵੀ ਨਹੀਂ ਰਹਿੰਦੇ, ਕੋਈ ਆਪਣਾ ਕੰਮ ਕਾਰ ਕਰਨ ਚ ਵੀ ਜੀ ਦਿੱਕਤ ਆਏਗੀ ਸਾਨੂੰ। ਸੋ ਅਗਰ ਅਸੀਂ ਇਸ ਬਿਮਾਰੀ ਦੀ ਥੋੜੀ ਅਣਗਹਿਲੀ ਕਰੀਏ, ਨਿਗਲੈਕਟ ਕਰੀਏ ਇਸ ਚੀਜ਼ ਨੂੰ, ਤੇ ਅਨਫੋਰਚੂਨੇਟਲੀ ਜਿਹੜਾ ਇਵੈਂਚੁਅਲ ਆਊਟਕਮ ਹੈ ਉਹ ਇਹੀ ਹੈ ਕਿ ਅਸੀਂ ਉਹ ਆਪਣੇ ਜੋੜਾਂ ਨੂੰ ਉਸ ਤਰ੍ਹਾਂ ਯੂਜ਼ ਨਹੀਂ ਕਰ ਪਾਵਾਂਗੇ ਜਿਸ ਤਰ੍ਹਾਂ ਪਹਿਲਾਂ ਯੂਜ਼ ਕਰਦੇ ਰਹੇ ਹਾਂ। ਔਰ ਅਨਫੋਰਚੂਨੇਟਲੀ ਬੜੀ ਵਾਰੀ ਇਸ਼ੂ ਆਉਂਦੀ ਹੈ ਕਿ ਬੰਦੇ, ਕੁਝ ਲੋਕ ਤੁਰ ਵੀ ਨਹੀਂ ਸਕਦੇ, ਉਹ ਵੀਲ ਚੇਅਰ ਤੇ ਆ ਜਾਂਦੇ ਨੇ। ਔਰ ਆਈ ਮੀਨ ਕਾਫੀ ਵੈਸੇ ਤਾਦਾਦ ਵਿੱਚ ਹੁਣ ਤੇ ਸਾਡੇ ਇੱਥੇ UK ਦੇ ਵਿੱਚ ਮੈਂ ਕਹਿ ਸਕਦਾ ਮੈਡੀਸਿਨ ਕਾਫੀ ਐਡਵਾਂਸਡ ਹੈਗੀ ਹੈ, ਰੈਡੀਲੀ ਅਵੇਲੇਬਲ ਹੈ। ਇਹ ਨੌਬਤ ਉੱਥੋਂ ਤੱਕ ਨਹੀਂ ਪਹੁੰਚਦੀ ਵੀ ਲੋਕ ਕੁਝ ਕੰਮ ਨਾ ਕਰ ਸਕਣ। ਸੋ ਆਈ ਵੁੱਡ ਸੇ ਕਿ ਅਗਰ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੁੰਦੇ ਹੋ, ਡਿਸੇਬਿਲਿਟੀ ਨੂੰ ਅਵੋਇਡ ਕਰਨਾ ਚਾਹੁੰਦੇ ਆ, then get help early, ਜਿਸ ਤਰ੍ਹਾਂ ਇਹਨੂੰ ਇਸ ਚੀਜ਼ ਨੂੰ ਵਧਣ ਨਾ ਦਿਓ ਤੁਸੀਂ ਜੀ। ਤੇ ਭਾਵੇਂ ਦੇ ਤੁਸੀਂ ਹੁਣ ਸੋਲੂਸ਼ਨ ਕੀ ਦੱਸੋਗੇ? ਇੱਕ ਤਾਂ ਮੋਟਾਪਾ ਹੋ ਗਿਆ, ਦੂਜਾ ਖਾਣ ਪੀਣ ਹੋ ਗਿਆ, ਤੇ ਕੀ ਇਹਦੇ ਨਾਲ ਐਕਸਰਸਾਈਜ਼ ਵੱਡਾ ਰੋਲ ਪਲੇ ਕਰਦੀ ਹੈ? ਕੰਮ ਕਰਤਾ ਚਲੋ ਇੱਕ ਹੁੰਦਾ ਕਿ ਮੇਰਾ ਉਹ ਡਿਊਟੀ ਹੁੰਦੀ ਹੈ, ਕੀ ਐਕਸਰਸਾਈਜ਼ ਇਹਦਾ ਕੋਈ ਰੋਲ ਪਲੇ ਕਰਦਾ ਨਾਲ ਹੀ? ਸਾਡੇ ਬੱਚਿਆਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ? ਕਿ Absolutely. So even within exercise, ਸਾਡੇ ਬੋਡੀ ਦੇ ਵਿੱਚ ਕੁਝ ਐਸੇ ਅੱਛੀਆਂ ਐਂਟੀਆਕਸੀਡੈਂਟਸ ਵਗੈਰਾ ਬਣਦੇ ਨੇ
ਔਰ ਹੋਰ ਅੱਛੀਆਂ ਚੀਜ਼ਾਂ ਬਣਦੀਆਂ ਨੇ ਜੋ ਕਿ ਜੁਆਇੰਟ ਡਿਜ਼ੀਜ਼ ਨੂੰ ਸਲੋ ਡਾਊਨ ਕਰਦੀਆਂ ਨੇ ਔਰ ਸਾਡੇ ਜੁਆਇੰਟਸ ਨੂੰ ਐਕਟਿਵ ਰੱਖਦੀਆਂ ਜੀ ਨੇ। ਸੋ ਆਈ ਮੀਨ ਆਈ ਵੁੱਡ ਸੇ ਕਈ ਵਾਰੀ ਜਦੋਂ ਦਰਦ ਵੀ ਹੋ ਰਹੀ ਹੈ ਜੁਆਇੰਟਸ ਦੇ ਵਿੱਚ ਅਸੀਂ ਉਸ ਤੇ ਕਾਬੂ ਪਾ ਕੇ ਤੇ ਫਿਰ ਵੀ ਜਿਹੜਾ ਹੈ ਆਪਣੀ ਬਾਡੀ ਨੂੰ ਹਿਲਾਈਏ, ਅਸੀਂ ਮੂਵਮੈਂਟ ਜਿਹੜੀ ਹੈ ਜਾਰੀ ਰੱਖੀਏ ਔਰ ਸੈਂਸਿਬਲ ਤਰੀਕੇ ਦੇ ਨਾਲ ਜਾਰੀ ਰੱਖੀਏ ਤਾਂ ਕਿ ਜੁਆਇੰਟਸ ਜਿਹੜੇ ਨੇ ਓਵਰ ਯੂਜ਼ ਨਾ ਹੋਣ। ਜੀ ਫੋਰ ਐਗਜ਼ਾਮਪਲ ਕਾਫੀ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਘਰ ਦੇ ਵਿੱਚ ਉਹਨਾਂ ਦਾ ਰੋਲ ਹੁੰਦਾ ਹੈ ਬਰਤਨ ਮਾਂਜਣ ਦਾ। ਜੀ ਸੋ ਜਿੱਥੇ ਤੁਸੀਂ ਉਹ ਰਿਪੈਟਿਟਿਵ ਜਿਹੜਾ ਬਰਤਨ ਮਾਂਜਣ ਦਾ ਤੁਸੀਂ ਅਵੋਇਡ ਕਰ ਸਕਦੇ ਆ। ਸੋ ਅਗਰ ਡਿਸ਼ ਵਾਸ਼ਰ ਵਗੈਰਾ ਹੋ ਗਿਆ ਉਹ ਯੂਜ਼ ਹੋ ਗਿਆ ਜੀ ਉਹਦੇ ਨਾਲ ਇਹ ਫਿਰ ਜਿਹੜੀ ਇਹ ਪ੍ਰੋਬਲਮ ਜਿਹੜੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਅੱਗੇ ਰਿਡਿਊਸ ਹੁੰਦੀਆਂ। ਠੀਕ ਹੈ ਜੀ। ਸੋ ਡਾਕਟਰ ਸਾਹਿਬ ਥੈਂਕ ਯੂ ਤੁਹਾਡਾ। ਅਸੀਂ ਤੁਹਾਡੇ ਨਾਲ ਕਾਫੀ ਗੱਲਬਾਤ ਕੀਤੀ ਤੇ ਆਸ ਕਰਦੇ ਕਿ ਸਾਡੇ ਦਰਸ਼ਕ ਵੀ ਇਸ ਤੁਹਾਡੀ ਇਸ ਸੁਣੀਆਂ ਵਿਚਾਰਾਂ ਦੀਆਂ ਸਲਾਹਾਂ ਦਾ ਲਾਭ ਉਠਾਉਣਗੇ। ਤੇ ਮੇਰਾ ਇੱਕ ਜਾਣ ਤੋਂ ਪਹਿਲਾਂ ਇੱਕ ਆਖਰੀ ਸਵਾਲ ਹੈਗਾ ਤੁਹਾਡੇ ਕੋਲ। ਸੋ ਇਹਦਾ ਇਲਾਜ ਪੱਕਾ ਹੈਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਦਰਸ਼ਕ ਸੁਣਦੇ ਨੇ ਉਹਨਾਂ ਨੂੰ ਇੰਨੀ ਕੁ ਪੋਜ਼ੀਟਿਵਿਟੀ ਮਿਲ ਜਾਵੇ ਕਿ ਉਹ ਘਰੇ ਬੈਠ ਕੇ ਆਪਣਾ ਇਲਾਜ ਕਰ ਸਕਦੇ। ਜਿਵੇਂ ਅੱਜ ਦੇ ਸਮੇਂ 'ਚ ਜੇ ਆਪਾਂ ਦੇਖੀਏ 2021 ਵਿੱਚ COVID-19 ਹੈ, ਲੋਕਡਾਊਨ ਹੈ, ਅਸੀਂ ਬਾਹਰ ਵੀ ਨਹੀਂ ਜਾ ਸਕਦੇ ਹਾਂ ਕਿ ਉਹ ਘਰ ਬੈਠ ਕੇ ਆਪਣੀ ਕੋਈ ਐਕਸਰਸਾਈਜ਼ ਇਸ ਤਰ੍ਹਾਂ ਆਪਣਾ ਕਰ ਸਕਦੇ ਜਿਹੜੇ ਕਿ ਜਦੋਂ ਯੂਥ ਨੇ ਉਹ ਤਾਂ ਕੁਝ ਕਰਦੇ ਪਏ ਨੇ ਪਰ ਜਿਹੜੇ ਸਾਡੇ ਬਜ਼ੁਰਗ ਨੇ ਖਾਸ ਕਰਕੇ ਉਹਨਾਂ ਵਾਸਤੇ ਕਿ ਉਹ ਆਪਣੇ ਆਪ ਨੂੰ ਆਪਣੇ ਜੋਇੰਟ ਨੂੰ ਕਿਵੇਂ ਠੀਕ ਰੱਖ ਸਕਣ ਕਿਉਂਕਿ ਉਹਨਾਂ ਦੇ ਮੂਵਮੈਂਟ ਜ਼ਿਆਦਾ ਨਹੀਂ ਹੁੰਦੀ ਹੈ, ਉਹ ਇੱਕੋ ਥਾਂ ਬੈਠੇ ਹੁੰਦੇ ਨੇ। ਕਿ ਉਹਦੇ ਵਾਸਤੇ ਤੁਸੀਂ ਕੁਝ ਖਾਸ ਫਿਜ਼ੀਓਥੈਰੇਪੀ ਜਾਂ ਕੁਝ ਖਾਸ ਐਕਸਰਸਾਈਜ਼ ਦੱਸ ਸਕਦੇ ਹੋ ਕਿ ਉਹ ਆਪਣੇ ਜੋੜਾਂ ਨੂੰ ਕਿਵੇਂ ਹੀਲ ਰੱਖ ਸਕਦੇ ਨੇ, ਠੀਕ ਰੱਖ ਸਕਦੇ ਨੇ? ਹਾਂਜੀ ਬਿਲਕੁਲ ਜੀ। ਸੋ ਲੋਕਡਾਊਨ ਦੇ ਦੌਰਾਨ ਆਈ ਥਿੰਕ ਕਾਫੀ ਹੁਣ ਇੰਟਰਨੈਟ ਜਾਂ ਆਨਲਾਈਨ ਰਿਸੋਰਸਿਸ ਹੁਣ ਕਾਫੀ ਪ੍ਰਚਲਿਤ ਹੋਈਆਂ ਨੇ। ਸੋ ਆਈ ਵੁੱਡ ਸੁਜੈਸਟ ਕਿ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਉਹਨਾਂ ਦੇ ਬੱਚੇ ਉਹਨਾਂ ਨੂੰ ਅਗਰ ਐਕਸੈਸ ਦਵਾ ਸਕਦੇ ਨੇ ਇਨ ਟਰਮਸ ਆਫ ਫਿਜ਼ੀਓਥੈਰੇਪੀ ਐਕਸਰਸਾਈਜ਼ਸ। ਸਾਡੀਆਂ ਯੂਕੇ ਦੀਆਂ ਕਾਫੀ ਅੱਛੀਆਂ ਚੈਰਿਟੀਜ਼ ਨੇ ਆਰਥਰਾਈਟਿਸ ਨੂੰ ਲੈ ਕੇ, ਜਿਸ ਤਰ੍ਹਾਂ ਵਰਸਸ ਆਰਥਰਾਈਟਿਸ ਹੋ ਗਈ। ਉਹਨਾਂ ਦਾ YouTube ਚੈਨਲ ਹੈਗਾ ਜਾਂ ਹੋਰ ਵੀ ਚੈਰਿਟੀਜ਼ ਹੈਗੀਆਂ ਨੇ ਇੰਟਰਨੈਸ਼ਨਲੀ। ਬਸ ਇਹ ਦੇਖਿਆ ਜਾਏ ਕਿ ਐਕਚੁਅਲੀ ਜਿਹੜੀ ਇਨਫੋਰਮੇਸ਼ਨ ਹੈ ਉਹ ਇੱਕ ਕ੍ਰੈਡੀਬਲ ਅੱਛੀ ਸੋਰਸ ਤੋਂ ਆ ਰਹੀ ਹੈ ਤਾਂ ਕਿ ਕੋਈ ਰੈਕਗਨਾਈਜ਼ਡ ਚੈਰਿਟੀ ਹੋਵੇ। ਕਈ ਵਾਰੀ ਅਸੀਂ ਕਈ ਕੁਝ ਲੋਕ ਜਿਹੜੇ ਨੇ ਉਹ ਪ੍ਰੋਫੈਸ ਕਰਦੇ ਨੇ ਕਿ ਹਾਂਜੀ ਇਸ ਤਰ੍ਹਾਂ ਕਰੋ ਤੇ ਠੀਕ ਹੋ ਜਾਏਗਾ, ਇੱਥੋਂ ਮਲੋ ਤੇ ਇਦਾਂ ਹੋ ਜਾਏਗਾ। I would say ਕਿ ਜਿਹੜੀਆਂ ਨੈਸ਼ਨਲੀ ਰੈਕਗਨਾਈਜ਼ਡ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੀਆਂ ਵੀਡੀਓਜ਼, ਉਹਨਾਂ ਦੇ ਲੀਫਲੈਟਸ, ਇਨਫੋਗ੍ਰਾਫਿਕਸ ਜਿਹੜੇ ਨੇ ਉਹ ਦੇਖੇ ਜਾਣ ਔਰ ਉਹਨਾਂ ਨੂੰ ਅਗਰ ਮਿਮਿਕ ਕੀਤਾ ਜਾਏ, ਉਹ ਐਕਸਰਸਾਈਜ਼ਸ ਯੂਜ਼ ਕੀਤੀਆਂ ਜਾਣ। ਦੈਟਸ ਇੰਪੋਰਟੈਂਟ। ਬਟ ਅਗਰ ਉਹ ਐਕਸਰਸਾਈਜ਼ ਕਰਕੇ ਤੁਹਾਡੇ ਜੋੜਾਂ ਦੇ ਵਿੱਚ ਦਰਦਾਂ ਇਨਕਰੀਜ਼ ਹੋ ਰਹੀਆਂ ਨੇ then it's very likely ਕਿ ਉਹ ਸਹੀ ਟਾਈਪ ਆਫ ਐਕਸਰਸਾਈਜ਼ ਤੁਹਾਡੇ ਵਾਸਤੇ ਨਹੀਂ ਹੈ। ਫਿਰ ਇਟਸ ਬੈਸਟ ਕਿ ਤੁਸੀਂ ਜਾਂ ਆਪਣੇ ਡਾਕਟਰ ਨੂੰ ਕੰਟੈਕਟ ਕਰੋ ਜਾਂ ਅੱਜ ਕੱਲ੍ਹ ਅਸੀਂ ਫਿਜ਼ੀਓਥੈਰੇਪਿਸਟ ਨਾਲ ਡਾਇਰੈਕਟ ਤੁਹਾਡਾ ਕੰਟੈਕਟ ਜਿਹੜੇ ਆ ਤੁਹਾਨੂੰ ਨੰਬਰ ਦੇ ਸਕਦੇ ਹਾਂ ਔਰ ਤੁਸੀਂ ਡਾਇਰੈਕਟਲੀ ਫਿਜ਼ੀਓਥੈਰੇਪਿਸਟ ਨਾਲ ਗੱਲ ਕਰੋ ਤਾਂ ਕਿ ਬਸ ਉਹ ਚੈੱਕ ਕਰ ਸਕੇ ਕਿ ਸਭ ਠੀਕ ਹੈ ਕਿ ਨਹੀਂ। ਹਾਂ, ਅਗਰ ਤੁਹਾਡੀ ਉਹ ਐਕਸਰਸਾਈਜ਼ ਕਰਕੇ ਜੁਆਇੰਟਸ ਬਿਲਕੁਲ ਠੀਕ ਰਹਿ ਰਹੇ ਨੇ then there's no need to contact anyone, ਤੁਸੀਂ ਉਹ carry on ਕਰ ਸਕਦੇ ਹੋ। ਜੀ ਤੇ ਇੱਕ ਆਖਰੀ ਸਵਾਲ ਜਾਣ ਤੋਂ ਪਹਿਲਾਂ ਮੈਨੂੰ ਹੁਣੇ ਯਾਦ ਆ ਗਿਆ ਕਿ ਜਦੋਂ ਅਸੀਂ ਤੁਰਦੇ ਹਾਂ, ਵਾਕਿੰਗ ਤੇ ਜਾਣਾ ਹੁੰਦਾ, ਤੁਰਦੇ ਹਾਂ ਤੇ ਤੁਰਨ ਦੇ ਨਾਲ ਸਾਡੇ ਸ਼ੋਲਡਰ ਦਰਦ ਹੁੰਦੇ ਨੇ, ਇਹਦਾ ਕੀ ਕਾਰਨ ਹੋ ਸਕਦਾ ਹੈ? ਹਾਂਜੀ, ਸੋ ਇਹ ਉਹੀ ਗੱਲ ਹੈ ਚਰਨਜੀਤ ਜੀ ਕਿ ਅਸੀਂ ਜਦੋਂ ਸਾਰਾ ਦਿਨ ਬੈਠਦੇ ਹਾਂ ਅਸੀਂ ਇਸ ਤਰ੍ਹਾਂ ਅਕੜ ਕੇ ਬੈਠਦੇ ਹਾਂ ਔਰ ਇਹ ਮਸਲ ਸਾਡੇ ਯੂਜ਼ ਨਹੀਂ ਹੁੰਦੇ। ਜਦੋਂ ਅਸੀਂ ਤੁਰਦੇ ਹਾਂ ਸਾਡੀਆਂ ਹੋਰ ਮਸਲਸ ਵੀ ਜਿਹੜੀਆਂ ਨੇ ਉਹ ਖੁੱਲਦੀਆਂ ਨੇ, ਉਹ ਐਕਸਰਸਾਈਜ਼ ਸ਼ੁਰੂ ਹੁੰਦੀਆਂ ਨੇ। ਮਤਲਬ ਇਹਦੇ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਹੈ ਨਾ? ਖਤਰੇ ਵਾਲੀ ਗੱਲ ਨਹੀਂ ਹੈ ਜੀ। ਬਸ ਅਗਰ ਸਟਿਫਨੈਸ ਤੁਹਾਨੂੰ ਸਵੇਰੇ ਆ ਰਹੀ ਹੈ ਦੈਨ ਆਪਣੇ ਡਾਕਟਰ ਨਾਲ ਤੁਸੀਂ ਕੰਟੈਕਟ ਕਰੋ। ਬਟ ਅਗਰ ਤੁਰਨ ਦੇ ਨਾਲ ਆ ਰਹੀ ਹੈ ਦੈਟ ਬੇਸਿਕਲੀ ਮੀਨਸ ਤੁਹਾਡੇ ਸ਼ੋਲਡਰ ਮਸਲਸ ਜਿਹੜੇ ਨੇ ਫਿਟ ਨਹੀਂ ਹੈਗੇ ਔਰ ਤੁਸੀਂ ਉਹਨਾਂ ਨੂੰ ਫਿਟ ਕਰਨ ਵਾਸਤੇ ਫਿਜ਼ੀਓਥੈਰੇਪੀ ਅਪਣਾਓ। ਠੀਕ ਹੈ ਜੀ, ਧੰਨਵਾਦ, ਬਹੁਤ ਬਹੁਤ ਥੈਂਕ ਯੂ। ਅਸੀਂ ਆਸ ਕਰਾਂਗੇ ਕਿ ਸਾਡੇ ਜਿੰਨੇ ਵੀ ਦਰਸ਼ਕ ਇਸ ਸਮੇਂ ਪ੍ਰੋਗਰਾਮ ਦੇਖ ਰਹੇ ਨੇ ਸੋ ਤੁਸੀਂ ਇਹਦਾ ਬਹੁਤ ਜ਼ਿਆਦਾ ਲਾਭ ਉਠਾਓਗੇ ਕਿਉਂਕਿ
ਐਟਲੀਸਟ ਘਰ ਇੱਕ ਮੰਦਿਰ ਹੈ, ਇਹ ਸਰੀਰ ਇੱਕ ਮੰਦਿਰ ਬਣਿਆ ਹੋਇਆ ਹੈ ਤੇ ਇਸ ਮੰਦਿਰ ਵਿੱਚ ਜਿਵੇਂ ਕਿ ਅਸੀਂ ਮੰਦਿਰ ਵਿੱਚ ਗੁਰਦੁਆਰੇ ਜਾ ਕੇ ਪੂਜਾ ਕਰਦੇ ਹਾਂ ਤੇ ਸੇਵਾ ਸੰਭਾਲ ਕਰਦੇ ਹਾਂ, ਸੋ ਇਸ ਪੰਜ ਤੱਤ ਮੰਦਿਰ ਦੀ ਸਰੀਰ ਦੀ ਵੀ ਉਸੇ ਤਰੀਕੇ ਨਾਲ ਸਾਨੂੰ ਸੇਵਾ ਸੰਭਾਲ ਕਰਨੀ ਹੈ। ਸੋ ਡਾਕਟਰ ਸਾਹਿਬ ਨੇ ਬਹੁਤ ਚੰਗੀਆਂ ਵਿਚਾਰਾਂ ਆਪ ਜੀ ਨੂੰ ਦੱਸੇ ਨੇ, ਸੋ ਆਪ ਜੀ ਜ਼ਰੂਰ ਇਹ ਪ੍ਰੋਗਰਾਮ ਦੇਖਣਾ, ਸੁਣਨਾ, ਵਿਚਾਰ ਦੇਣੇ, ਕੰਪਲੀਮੈਂਟਸ ਦੇਣੇ, ਤੇ ਜਿੱਥੇ ਤੁਹਾਨੂੰ ਕੋਈ ਗੱਲ ਹੋਰ ਪੁੱਛਣੀ ਹੈ, ਕੋਈ ਸਵਾਲ, ਤੁਸੀਂ ਆਪਣੇ ਸਵਾਲ ਵੀ ਪੁੱਛ ਸਕਦੇ ਹੋ। ਕਮੈਂਟ ਬਾਕਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਸਾਨੂੰ ਆਹ ਸਵਾਲ ਹੈ ਜਾਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ, ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਵਾਈਡ ਕਰਕੇ ਤੁਹਾਨੂੰ ਇਹਨਾਂ ਦੇ ਤੁਸੀਂ ਆਪਣੇ ਕੁਐਸਚਨ ਦੇਖ ਦੇਣਾ, ਇਹ ਤੁਹਾਨੂੰ ਆਨਸਰ ਕਰ ਦੇਣਗੇ। ਸੋ ਬਾਕੀ ਮੈਂ ਡਾਕਟਰ ਸਾਹਿਬ ਦਾ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ। ਬਹੁਤ ਜੀ ਆਇਆਂ ਡਾਕਟਰ ਸਾਹਿਬ, ਬਹੁਤ ਬਹੁਤ ਥੈਂਕ ਯੂ ਤੁਹਾਡਾ ਆਪਣਾ ਕੀਮਤੀ ਸਮਾਂ ਦੇਣਾ ਤੇ ਇਤਨੀ ਬਿਜ਼ੀ ਲਾਈਫ ਵਿੱਚੋਂ ਕਿ ਹੁਣ ਇਹ ਆਪਨੇ ਆਪਣੀ ਅੱਗੇ ਕੰਮ ਵੀ ਸ਼ੁਰੂ ਕਰਨਾ, ਸਰਜਰੀ ਵੀ ਓਪਨ ਕਰਨੀ ਹੈ, ਤਾਂ ਵੀ ਆਪ ਜੀ ਨੇ ਆਪਣਾ ਟਾਈਮ ਦਿੱਤਾ। ਸੋ ਥੈਂਕ ਯੂ ਵੈਰੀ ਮਚ ਤੇ ਪੰਜਾਬੀ ਵਿਰਾਸਤ ਚੈਨਲ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਜੀ। Thank you very much. I think ਇਹ ਵੀ ਬਹੁਤ ਵੱਡੀ ਸੇਵਾ ਹੈ ਜੀ, so I'm very grateful. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਤੁਸੀਂ ਜ਼ਰੂਰ ਪ੍ਰੋਗਰਾਮ ਦੇਖਦੇ ਰਹਿਣਾ, ਕਮੈਂਟ ਜ਼ਰੂਰ ਦੇਣਾ, ਪ੍ਰੋਗਰਾਮ ਚੰਗਾ ਲੱਗੇ ਤਾਂ ਵੀ ਦੱਸਣਾ, ਨਾ ਲੱਗੇ ਤਾਂ ਵੀ ਜ਼ਰੂਰ ਦੱਸ ਦੇਣਾ ਕਿ ਅਸੀਂ ਇੱਥੇ ਹੋਰ ਕਿਵੇਂ ਚੰਗਾ ਕਰ ਸਕਦੇ ਹਾਂ। ਸੋ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਾਸਤ। ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।